स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। बस एक गल दस भी आ जेड़ी तू ट्रैवलिंग करदा ते ओदे तो बाद फ्रेश रहना एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते जिथे ਤੁਹਾਨੂੰ फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रकां दा होर भी सामान आसानी नाल मिलेगा। हुणे कॉल करो 360 652 6066 यानी 3606526066। ये दो लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 661 797 2354। USA ਦੀ one of the biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो मैनुअल या ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया एग्जिट 579 फ्रॉम हाईवे 401 इन नापनी। आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ। ਸੋ ਪ੍ਰੋਗਰਾਮ ਸ਼ਬਦਾਂ ਦੇ ਵਿੱਚ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਇਸ ਵਕਤ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਚੋਣ ਕਮਿਸ਼ਨਰ ਦੀ ਨਿਯੁਕਤੀ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਦੇ ਪੰਜਾਬ ਦੇ ਗਵਰਨਰ ਨਾਲ ਮੀਟਿੰਗ ਹੋਈ ਹੈ। ਮਾਨ ਸਾਹਿਬ ਮੋਸ਼ਨ 'ਚ ਆ ਗਏ ਨੇ, ਹੁਣ ਇਹ ਮੁੱਦੇ ਕੀ ਨੇ, ਕੀ ਮੀਟਿੰਗ? ਦੇਖੋ ਮਾਨ ਸਾਹਿਬ ਜਦੋਂ ਵੀ ਕਦੇ ਗਵਰਨਰ ਨੂੰ ਮਿਲਦੇ ਹੈ, ਕਿਸੇ ਵੱਡੇ ਬੰਦੇ ਨੂੰ ਮਿਲਦੇ ਹੈ, ਕੋਈ ਪ੍ਰੈਸ ਕਾਨਫਰੰਸ ਕਰਦੇ ਹੈ ਜੀ, ਉਦੋਂ ਉਹ ਬੜੇ ਅਹਿਮ ਮੁੱਦੇ ਉਠਾ ਦਿੰਦੇ ਹੈ। ਤੁਹਾਡੇ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਉਹ ਕਸ਼ਮੀਰ ਨੂੰ ਜਾ ਰਹੇ ਸੀ ਜੀ, ਔਰ ਸਾਡੇ ਪੰਜਾਬ ਵਾਲੇ ਬਾਰਡਰ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ। ਕਸ਼ਮੀਰ ਦੀ ਪੁਲਿਸ ਨੇ ਉਹਨਾਂ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ। ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਮੇਰੇ ਕੋਲ ਪ੍ਰਵਾਨਗੀ ਸੀ, ਮੈਨੂੰ ਤੁਸੀਂ ਅੰਦਰ ਕਿਉਂ ਨਹੀਂ ਜਾਣ ਦਿੰਦੇ?
ਕਹਿੰਦੇ ਜੀ ਹਾਲਾਤ ਠੀਕ ਨਹੀਂ, ਇਸ ਕਰਕੇ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਊਗਾ। ਜੀ। ਮਾਨ ਸਾਹਿਬ ਹੁਣ ਤੀਜੀ ਵਾਰੀ ਪਾਰਲੀਮੈਂਟ ਦੇ ਮੈਂਬਰ ਬਣੇ ਹੈ। ਪਹਿਲੀ ਵਾਰੀ 1999 ਚ ਬਣੇ ਸੀ ਤਰਨਤਾਰਨ ਤੋਂ। ਜੀ। ਜੇਲ੍ਹ ਦੇ ਵਿੱਚ ਬੈਠੇ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਔਰ ਬੜੀਆਂ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਸੀ। ਮੇਰਾ ਖਿਆਲ ਹੈ ਵੀ ਪੰਜਾਬ ਦਾ ਰਿਕਾਰਡ ਹਾਲੇ ਤੱਕ ਉਹਨਾਂ ਦਾ ਕਿਸੇ ਨੇ ਤੋੜਿਆ ਨਹੀਂ। ਜੀ। ਦੂਸਰੀ ਵਾਰ ਫਿਰ ਉਹ ਬਣਦੇ ਹੈ 1999 ਚ ਸੰਗਰੂਰ ਹਲਕੇ ਤੋਂ। ਜੀ। ਤੀਸਰੀ ਵਾਰੀ ਫਿਰ ਹੁਣ ਬਾਈ ਇਲੈਕਸ਼ਨ ਹੁੰਦੀ ਹੈ 2022 ਚ ਫਿਰ ਸੰਗਰੂਰ ਹਲਕੇ ਤੋਂ ਬਣ ਗਏ। ਜੀ। ਕਿਉਂਕਿ 2024 ਦੇ ਵਿੱਚ ਚੋਣਾਂ ਫਿਰ ਹੋਣਗੀਆਂ। ਆ ਗਈਆਂ ਉਹ ਤਾਂ। ਤੇ ਲੱਗਦਾ ਇਹ ਸੀ ਕਿ 2024 ਵਾਸਤੇ ਸੰਗਰੂਰ 'ਚ ਤਿਆਰੀ ਕਰਦੇ ਹੋਣਗੇ। ਲੇਕਿਨ ਉਹਨਾਂ ਨੇ ਇੱਕ ਹੋਰ ਐਲਾਨ ਕਰਤਾ। ਕਹਿੰਦੇ ਵੀ ਹੁਣ ਮੈਂ ਸ਼੍ਰੀਨਗਰ ਤੋਂ ਚੋਣ ਲੜੂੰਗਾ। ਅੱਛਾ। ਹੁਣ ਸ਼੍ਰੀਨਗਰ ਤੋਂ ਚੋਣ ਕਾਹਦੇ ਵਾਸਤੇ ਲੜਨੀ ਹੈ? ਇੱਥੇ ਵੀ ਮਾਨ ਸਾਹਿਬ ਨੇ ਜਿਹੜੀ ਹੈਗੀ ਆਪਣੀ ਦ੍ਰਿੜਤਾ ਦਰਸਾਈ ਹੈ ਕਿ ਜਿੱਥੇ ਕਿਤੇ ਵੀ ਧੱਕਾ ਹੁੰਦਾ ਮੈਂ ਉੱਥੋਂ ਚੋਣ ਲੜੂੰਗਾ, ਮੈਂ ਤਾਂ ਉੱਥੋਂ ਜਾ ਕੇ ਚੋਣ ਲੜੂੰਗਾ। ਇਹਦਾ ਮਤਲਬ ਇਹ ਨਹੀਂ ਕਿ ਸੰਗਰੂਰ ਤੋਂ ਚੋਣ ਨਹੀਂ ਲੜਨਗੇ, ਇੱਥੇ ਵੀ ਲੜਨਗੇ। ਹੋ ਸਕਦਾ ਵੀ ਇੱਥੇ ਵੀ ਲੜ ਲੈਣ, ਪਰ ਉਹ ਵਿੱਚ ਆ ਵੀ ਗਿਆ ਵੀ 2 ਥਾਂ ਤੋਂ ਚੋਣ ਨਹੀਂ ਲੜ ਸਕਦੇ। ਉਹ ਵੀ ਅਜੇ ਤੱਕ ਅਜੇ ਪ੍ਰਪੋਜ਼ਲ ਹੈ ਨਾ। ਅਜੇ ਪ੍ਰਪੋਜ਼ਲ ਹੈ, ਅਜੇ ਕਾਨੂੰਨ ਕੋਈ ਬਣਿਆ ਨਹੀਂ। ਉਹ ਅਜੇ ਤੱਕ ਉਹਨਾਂ ਨੇ ਕਿਹਾ ਕਿ ਅਜੇ ਤੱਕ ਤਾਂ ਹੈਗੀ, ਇਹਨਾਂ ਨੇ ਕਿਹਾ ਕਿ ਮੈਂ ਉੱਥੋਂ ਚੋਣ ਲੜੂੰਗਾ। ਇੱਥੋਂ ਤਾਂ ਹਾਲੇ ਨਾ ਨਹੀਂ ਕੀਤੀ। ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਮੈਂ ਕਿਉਂ ਚੋਣ ਲੜੂੰਗਾ? ਇਸ ਵਾਸਤੇ ਕਹਿੰਦੇ ਮੈਂ ਚੋਣ ਲੜੂੰਗਾ ਕਿ ਧੱਕਾ ਹੁੰਦਾ ਜੇ ਪਾਰਲੀਮੈਂਟ ਦੇ ਮੈਂਬਰ ਨੂੰ, ਜਿਹਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ, ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵੇ, ਉਹਨੂੰ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਪਾਰਲੀਮੈਂਟ ਦੇ ਉਸ ਮੈਂਬਰ ਨੂੰ ਕਸ਼ਮੀਰ 'ਚ ਜਾਣ ਤੋਂ ਰੋਕਿਆ ਜਾ ਸਕਦਾ। ਤਾਂ ਉਹਨੇ ਕਿਹਾ ਕਿ ਮੈਂ ਜ਼ਰੂਰ ਇੱਥੋਂ ਚੋਣ ਲੜੂੰਗਾ। ਜੀ। ਔਰ ਮੈਂ ਇਹ ਵੀ ਦੱਸ ਦੇਵਾਂ ਕਿ ਇਕੱਲੇ ਸਿਮਰਜੀਤ ਸਿੰਘ ਮਾਨ ਨਹੀਂ ਜਿਨ੍ਹਾਂ ਨੂੰ ਪਹਿਲੀ ਵਾਰੀ ਕਸ਼ਮੀਰ 'ਚ ਜਾਣ ਤੋਂ ਰੋਕਿਆ, ਇਹ ਤੋਂ ਪਹਿਲਾਂ ਵੀ ਜੀ ਬਹੁਤ ਸਾਰੇ ਲੋਕਾਂ ਨੂੰ ਕਸ਼ਮੀਰ 'ਚ ਜਾਣ ਤੋਂ ਰੋਕਿਆ ਗਿਆ ਸੀ। ਤੁਸੀਂ ਯਾਦ ਕਰੋ ਉਹ ਸਮਾਂ ਜਦੋਂ ਧਾਰਾ 370 ਨੂੰ ਤੋੜਿਆ ਗਿਆ ਸੀ। ਜੀ। ਧਾਰਾ 370 ਨੂੰ ਤੋੜਨ ਤੋਂ ਬਾਅਦ ਕਸ਼ਮੀਰ ਦੇ ਵਿੱਚ ਇੱਕਦਮ ਲੋਕਾਂ ਦੇ ਵਿੱਚ ਨਿਰਾਸ਼ਾ ਪੈਦਾ ਹੋ ਗਈ ਸੀ। ਗੁੱਸਾ ਵੀ ਸੀ, ਨਿਰਾਸ਼ਾ ਵੀ ਸੀ। ਕਸ਼ਮੀਰੀਆਂ ਦੀ ਸਥਿਤੀ ਕੀ ਹੈ, ਇਹ ਜਾਇਜ਼ਾ ਲੈਣ ਵਾਸਤੇ ਉਦੋਂ ਭਾਰਤ ਦੇ ਵੱਡੇ ਲੀਡਰ ਗਏ ਸੀ ਉੱਥੇ। ਜੀ। ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਵੀ ਸੀ, ਜਿਨ੍ਹਾਂ ਦੇ ਵਿੱਚ ਹੋਰ ਵੱਡੇ ਵੱਡੇ ਲੀਡਰ ਸੀ, ਈਵਨ ਖੱਬੇ ਪੱਖੀ ਪਾਰਟੀਆਂ ਦੇ। ਜੀ। ਡੀ ਰਾਜਾ CPI ਦਾ ਔਰ ਸੀਤਾਰਾਮ ਜੈਚਰੀ CPM ਦਾ ਵੀ ਸੀ। ਇਹਨਾਂ ਨੂੰ ਜਾਣ ਨਹੀਂ ਦਿੱਤਾ ਸੀ। ਜੀ। ਹਾਲਾਂਕਿ ਭਾਰਤ ਦੇ ਵਸਨੀਕਾਂ ਨੂੰ, ਭਾਰਤ ਦੇ ਰਾਜਨੀਤਿਕ ਬੰਦਿਆਂ ਨੂੰ ਉੱਥੇ ਜਾਣ ਨਹੀਂ ਸੀ ਦਿੱਤਾ। ਜੀ। ਪਰ ਕਿਉਂਕਿ ਆਪਣੀ ਗੱਲ ਨੂੰ ਸੰਸਾਰ ਭਾਈਚਾਰੇ ਦੇ ਸਾਹਮਣੇ ਸੱਚੀ ਸਾਬਤ ਕਰਨਾ ਸੀ ਕਿ ਅਸੀਂ ਠੀਕ ਬੰਦੇ ਹੈ, ਤੇ ਯੂਰਪੀਅਨ ਯੂਨੀਅਨ ਦਾ ਇੱਕ ਡੈਲੀਗੇਸ਼ਨ ਬੁਲਾ ਕੇ ਤੇ ਉਹਨਾਂ ਨੂੰ ਜ਼ਰੂਰ ਭਾਰਤ ਸਰਕਾਰ ਉੱਥੇ ਲੈ ਗਈ ਸੀ। ਜੀ। ਇਹ ਤਾਂ ਗੱਲ ਆਪਾਂ ਮਾਨ ਸਾਹਿਬ ਦੀ ਇਸ ਕਰਕੇ ਕੀਤੀ ਹੈ ਕਿ ਮਾਨ ਸਾਹਿਬ ਜਦੋਂ ਵੀ ਕੋਈ ਗੱਲ ਕਰਦੇ ਤੇ ਸੁਰਖੀਆਂ 'ਚ ਆ ਜਾਂਦੀ ਹੈ। ਕੱਲ ਜੀ ਉਹ ਗਵਰਨਰ ਪੰਜਾਬ ਨੂੰ ਮਿਲ ਜਾਂਦੇ। ਜੀ। ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਮਿਲਦੇ ਹੈ, ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ। ਜੀ। ਗੱਲਬਾਤ ਕਰਨ ਤੋਂ ਬਾਅਦ ਉਹ ਬਾਹਰ ਆਉਂਦੇ। ਬਾਹਰ ਆ ਕੇ ਉਹਨਾਂ ਨੂੰ ਜਦੋਂ ਪੱਤਰਕਾਰ ਪੁੱਛਦੇ ਕਿ ਤੁਸੀਂ ਕਾਹਦੇ ਵਾਸਤੇ ਗਏ ਸੀ? ਜੀ। ਉਹ ਕਹਿੰਦਾ ਭਾਈ ਮੈਂ ਕੋਈ ਸੁਰੱਖਿਆ ਲੈਣ ਨਹੀਂ ਗਿਆ ਕਿ ਮੈਨੂੰ ਸੁਰੱਖਿਆ ਦੇ ਦਿਓ। ਜੀ। ਸੁਰੱਖਿਆ ਚਾਹੀਦੀ ਹੈ, ਜਾਨ ਨੂੰ ਮੇਰੀ ਨੂੰ ਵੀ ਖਤਰਾ ਹੈ, ਪਰ ਜਿਹੜੇ ਲੋਕਾਂ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਲੋਕਾਂ ਦਾ ਡਰ ਲੱਗਦਾ। ਜੀ। ਜੀ। ਹਾਲਾਂਕਿ ਇਹੀ ਉਹ ਗੱਲ ਭਗਵੰਤ ਸਿੰਘ ਮਾਨ ਵੀ ਕਹਿੰਦੇ ਹੁੰਦੇ ਸੀ ਕਿ ਸੁਰੱਖਿਆ ਦੀ ਕੀ ਲੋੜ ਹੈ? ਆ ਜਾਓ ਲੋਕਾਂ, ਜਿਹੜੇ ਲੋਕਾਂ ਦੇ ਲੀਡਰ ਨੂੰ ਤੁਸੀਂ ਜਾਓ, ਉਹ ਲੋਕਾਂ ਦੇ ਲੀਡਰ ਆ, ਉਹਨਾਂ ਨੂੰ ਕਹਿੰਦੇ ਸੁਰੱਖਿਆ ਦੀ ਕੀ ਲੋੜ ਹੈ? ਉਹਦੇ ਸੁਖਬੀਰ ਬਾਦਲ ਦੇ ਕਹਿਣ ਨੂੰ ਹੁਣ ਕਰਫਿਊ ਲਾ ਦਿੰਦੇ ਆ। ਨਹੀਂ, ਕਰਫਿਊ ਕੀ ਲਾ ਦੇਣਗੇ? ਜੇ ਹੁਣ ਆਪਾਂ ਪਿਛਲੀਆਂ ਸਰਕਾਰਾਂ ਦੇਖੀਏ, ਹੁਣ ਤੱਕ ਜਿਹੜੇ ਹੈ ਸਾਡੇ ਕੋਲ 3 ਜਿੰਦਾ ਮੁੱਖ ਮੰਤਰੀ ਬੈਠੇ ਹੈ। ਜੀ। ਜਿਹੜੇ ਔਖੇ ਸਮੇਂ ਦੇ ਵਿੱਚ ਬਣੇ ਹੈ। ਸਰਦਾਰ ਸੁਰਜੀਤ ਸਿੰਘ ਬਰਨਾਲਾ ਨਹੀਂ ਰਹੇ, ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੈ, ਅਮਰਿੰਦਰ ਸਿੰਘ ਜਿਉਂਦੇ ਹੈ, ਰਜਿੰਦਰ ਕੌਰ ਭੱਠਲ ਜਿਉਂਦੀ ਹੈ। 3 ਤਾਂ ਇੱਥੇ ਬੈਠੇ ਹੈ ਨਾ ਸਾਡੇ, ਹੈ ਤਾਂ ਚੌਥਾ ਵੀ। ਜੀ। ਪਰ ਉਹ ਅੱਜ ਕੱਲ ਫਰਾਰੀ ਮਾਰ ਗਿਆ, ਬਾਹਰ ਨੂੰ ਚਲਾ ਗਿਆ। ਉਹ ਤਾਂ ਨਹੀਂ ਮੁੜਦਾ, ਮੈਨੂੰ ਨਹੀਂ ਲੱਗਦਾ ਛੱਲਾ ਮੁੜ ਕੇ ਨਹੀਂ ਆਇਆ। ਉਹ ਬਾਹਰ ਬੈਠਾ, 3 ਤਾਂ ਇੱਥੇ ਬੈਠੇ ਹੈ ਨਾ। ਇਹਨਾਂ 3 ਦੇ ਨਾਲੋਂ ਵੱਧ ਗੱਡੀਆਂ ਕਹਿੰਦੇ ਜੀ ਭਗਵੰਤ ਸਿੰਘ ਮਾਨ ਦੇ ਫਲੀਟ ਕੱਲੇ ਕੋਲ ਹੀ ਹੈ, ਕੱਲੇ ਦੇ ਵਿੱਚ ਹੈ। ਇਹ ਚਲੋ ਵੱਖਰੀ ਗੱਲ ਹੈ। ਸੋ ਮਾਨ ਸਾਹਿਬ ਨੇ ਫਿਰ ਅਗਲੀ ਗੱਲ ਜ਼ਰੂਰ ਕਹੀ। ਉਹ ਕਹਿੰਦੇ ਮੈਂ ਪਾਰਲੀਮੈਂਟ ਦਾ ਚੁਣਿਆ ਹੋਇਆ ਮੈਂਬਰ ਹਾਂ। ਜੀ। ਚੁਣੇ ਹੋਏ ਮੈਂਬਰ ਦੇ ਸੁਰੱਖਿਆ ਕਰਮਚਾਰੀਆਂ ਵਾਸਤੇ ਇੱਕ ਸੁਰੱਖਿਆ ਗੱਡੀ ਮੁਹੱਈਆ ਕਰਵਾਈ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ। ਜੀ। ਪਰ ਉਹ ਕਹਿੰਦਾ ਮੈਨੂੰ ਤਾਂ ਗੱਡੀ ਨਹੀਂ ਮੁਹੱਈਆ ਕਰਵਾ ਰਹੀ। ਵੈਸੇ ਦਾਨੇਵਾਲੀਆ ਸਾਹਿਬ ਇਹ ਗੱਲ ਜ਼ਰੂਰ ਸੋਚਣ ਵਾਲੀ ਹੈ। ਜੀ। ਕਿ ਕੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਕਰਕੇ ਨਹੀਂ ਉਹਨਾਂ ਨੂੰ ਗੱਡੀ ਮੁਹੱਈਆ ਕਰਵਾ ਰਹੀ ਕਿ ਜੀ ਉਹਨਾਂ ਨੇ ਸੰਗਰੂਰ ਸੀਟ ਦੇ ਉੱਤੇ
ਜਿੱਤਣੀ ਨਹੀਂ ਉਹਨਾਂ ਠਿੱਬੀ ਲਾਤੀ। ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੀ ਔਕਾਤ ਦਿਖਾਤੀ, ਠਿੱਬੀ ਲਾਤੀ ਕਿ ਆ ਦੇਖੋ ਜੀ ਇਹਦਾ ਕਰਕੇ ਨਹੀਂ। ਪਰ ਉਹਨੇ ਭਗਵੰਤ ਸਿੰਘ ਮਾਨ ਤੇ ਨਹੀਂ ਕੋਈ ਅਟੈਕ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਚੀਫ ਸੈਕਟਰੀ BK ਜੰਜੂਆ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਜਿਹੜਾ ਚੀਫ ਐਗਜ਼ੀਕਿਊਟਿਵ ਹੈ ਸਟੇਟ ਦਾ ਉਹ ਤਾਂ ਬਿਊਰੋਕਰੇਟ ਹੈ ਨਾ, ਉਹ ਚੀਫ ਸੈਕਟਰੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਚੀਫ ਸੈਕਟਰੀ ਇਧਰ ਧਿਆਨ ਕਿਉਂ ਨਹੀਂ ਦਿੰਦਾ? ਉਹਦੀ ਇਹ ਜਾਣਕਾਰੀ ਹੈ, ਉਹਦੀ ਜਾਣਕਾਰੀ ਦੇ ਵਿੱਚ ਹੈ ਕਿ ਮੇਰੇ ਕੋਲ ਗੱਡੀ ਨਹੀਂ, ਉਹਨੂੰ ਇਹ ਗੱਲ ਕਰਨੀ ਚਾਹੀਦੀ। ਪਰ ਅਸਲ ਮੁੱਦਾ ਜਿਹੜਾ ਮਾਨ ਸਾਹਿਬ ਨੇ ਕੱਲ ਉਠਾਇਆ ਹੈ ਜੀ, ਉਹ ਮੁੱਦਾ ਦਾਨੇਵਾਲੀਆ ਸਾਹਿਬ ਉਹ ਹੈ ਜਿਹੜਾ ਮੁੱਦਾ ਕਿਸਾਨ ਜਥੇਬੰਦੀਆਂ ਨੂੰ ਉਠਾਉਣਾ ਚਾਹੀਦਾ ਸੀ ਜੀ। ਕਿਸਾਨ ਜਥੇਬੰਦੀਆਂ ਮਲਮੀ ਜੀ ਨਾਲ ਗੱਲ ਤਾਂ ਕਰਦੀਆਂ, ਪਰ ਜਿੰਨੀ ਮਜ਼ਬੂਤੀ ਨਾਲ ਉਹ ਮੁੱਦਾ ਉਠਾਉਣਾ ਚਾਹੀਦਾ ਸੀ ਉਹ ਅਜੇ ਤੱਕ ਨਹੀਂ ਉਠਾਇਆ। ਇਹ ਮੈਨੂੰ ਨਹੀਂ, ਮੇਰੀ ਗੱਲ ਸਮਝ ਤੋਂ ਬਾਹਰ ਹੈ, ਕਿਉਂ ਨਹੀਂ ਉਠਾਇਆ, ਕੀ ਹੈ? ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਕਿਸਾਨ ਸਭਾਵਾਂ ਜੀ ਇਹ ਡਿਮਾਂਡ ਕਰਦੀਆਂ ਕਿ ਆਬਾਦਕਾਰਾਂ ਨੂੰ ਜ਼ਮੀਨਾਂ ਦੀ ਮਾਲਕੀ ਦਾ ਹੱਕ ਦਿੱਤਾ ਜਾਵੇ। ਆਪਾਂ ਚਲੇ ਗਏ ਤੁਹਾਡੇ ਬਾਰਡਰ ਵਾਲੇ ਏਰੀਏ ਦੇ ਵਿੱਚ ਕਿੰਨੇ ਲੋਕ ਹੈ ਆ ਸਾਡੇ ਆਪਣੇ ਜਿਹੜਾ ਬੀੜ ਤਲਾਏ ਵੀ ਲੈ ਲਓ, ਇਹ ਖਾਸ ਕਰਕੇ ਰਾਜ ਸਿੱਖ ਕਮਿਊਨਿਟੀ ਨਾਲ ਬਹੁਤ ਧੱਕਾ ਹੋ ਰਿਹਾ, ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ। ਬੈਕਵਰਡ ਕਲਾਸ ਚੋਂ ਆਉਂਦੇ ਆ, ਸ਼ਡਿਊਲ ਕਾਸਟ ਹੁੰਦੇ ਵਿਚਾਰੇ, ਇਹਨਾਂ ਨਾਲ ਤਾਂ ਵੈਸੇ ਜੇ ਆਪਾਂ ਦੇਖੀਏ ਰਾਜ ਸਿੱਖ ਬਰਾਦਰੀ ਹੈ, ਇਹਨਾਂ ਦੇ ਲਈ ਤਾਂ ਜਿਹੜੀਆਂ ਹੈਗੀਆਂ ਜਿੰਨੀ ਇਹਨਾਂ ਦੀ ਪਾਪੂਲੇਸ਼ਨ, ਉਸ ਪਾਪੂਲੇਸ਼ਨ ਦੇ ਲਿਹਾਜ਼ ਨਾਲ ਇਹਨਾਂ ਨੂੰ ਰਿਜ਼ਰਵੇਸ਼ਨ ਚਾਹੀਦੀ ਹੈ। ਲੇਕਿਨ ਰਾਜ ਸਿੱਖ ਭਾਈਚਾਰੇ ਨੂੰ ਮੇਰਾ ਨਹੀਂ ਖਿਆਲ ਵੀ ਇਹਨਾਂ ਨੇ ਹੁਣ ਰਿਜ਼ਰਵੇਸ਼ਨ ਪਾਤਾ, ਬੈਕਵਰਡ ਕਲਾਸ ਚ ਪਾਤਾ ਜੀ, ਬੈਕਵਰਡ ਕਲਾਸ ਦੇ ਵਿੱਚ ਪਾ ਦਿੱਤਾ। ਪਰ ਜਿਹੜੀ ਹੈਗੀ ਹੈ ਕਿ ਵਿਸ਼ੇਸ਼ ਕਿਸਮ ਦਾ ਭਾਈਚਾਰਾ, ਇਸ ਵਿਸ਼ੇਸ਼ ਕਿਸਮ ਦੇ ਭਾਈਚਾਰੇ ਵਾਸਤੇ ਇੱਕ ਸੀਟ ਰਿਜ਼ਰਵ ਚਾਹੀਦੀ ਹੈ। ਇਕੱਲੇ ਰਾਜ ਸਿੱਖ ਨਹੀਂ ਜੀ, ਕੰਬੋਜ ਭਾਈਚਾਰਾ ਵੀ ਹੈਗਾ। ਇਹ ਤੋਂ ਇਲਾਵਾ ਦਾਨੇਵਾਲੀਆ ਸਾਹਿਬ 2 ਭਾਈਚਾਰੇ ਹੋਰ ਹੈ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਪੀੜਤ ਨੇ, ਜਿਹੜੇ ਨਜ਼ਰਅੰਦਾਜ਼ ਕੀਤੇ ਨੇ। ਉਹਨਾਂ ਦੇ ਵਿੱਚੋਂ ਇੱਕ ਆ ਬਾਜੀਗਰ ਕਮਿਊਨਿਟੀ, ਦੂਜੀ ਆ ਬੌਰੀਆ ਕਮਿਊਨਿਟੀ, ਸਾਂਸੀ ਕਮਿਊਨਿਟੀ ਵੀ ਲੈ ਲਓ, ਜਿਹੜੇ ਕ੍ਰਾਈਮ ਚ ਵਿਚਾਰੇ। ਚਲੋ ਸਾਂਸੀ ਤਾਂ ਬਹੁਤ ਗਿਣਤੀ ਘੱਟ ਹੈ ਨਾ, ਇਹਨਾਂ ਦੀ ਤਾਂ ਗਿਣਤੀ ਉਨੀ ਪੂਰੀ ਬਣਦੀ ਹੈ ਨਾ। ਔਰ ਇਹਨਾਂ ਦੀਆਂ ਜਿਹੜੀਆਂ ਬੋਲੀਆਂ ਜੀ ਜਿਹੜੀਆਂ ਪੰਜਾਬੀ ਦੀਆਂ ਉਪ ਬੋਲੀਆਂ ਆਪਾਂ ਕਹਿ ਸਕਦੇ, ਇਹਨਾਂ ਦੀਆਂ ਤਾਂ ਬੋਲੀਆਂ ਵੀ ਆਪਣੀਆਂ ਵੱਖਰੀਆਂ, ਇਹਨਾਂ ਵਾਸਤੇ ਇਹ ਕੁਛ ਨਹੀਂ ਹੋਇਆ। ਸੋ ਜਿਹੜੀਆਂ ਆਪਾਂ ਗੱਲ ਕਰਦੇ ਸੀ ਆਬਾਦਕਾਰਾਂ ਦੇ ਕੋਲ ਜਿਹੜੀਆਂ ਜ਼ਮੀਨਾਂ, ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ, ਉਹ ਚਾਹੇ ਸਰਕਾਰੀ ਜ਼ਮੀਨ ਹੈ ਚਾਹੇ ਉਹ ਪੰਚਾਇਤੀ ਜ਼ਮੀਨ ਹੈ, ਜਿਹੜੀਆਂ ਉਹਨਾਂ ਦੇ ਕਬਜ਼ੇ ਦੇ ਵਿੱਚ ਇੱਕ ਦਿਨ ਤੋਂ ਨਹੀਂ ਬਹੁਤ ਪੁਰਾਣੀਆਂ ਕਬਜ਼ੇ ਚ, ਉਹਨਾਂ ਨੂੰ ਉਹਨਾਂ ਦਾ ਮਾਲਕੀ ਦਾ ਹੱਕ ਦਿੱਤਾ ਜਾਵੇ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਜਿੰਨੀ ਵਾਰੀ ਵੀ ਸਰਕਾਰ ਨਾਲ ਗੱਲ ਹੋਈ ਹੈ, ਗੱਲਬਾਤ ਦੇ ਵਿੱਚ ਇਹ ਗੱਲ ਰੱਖੀ ਹੈ, ਪਰ ਇਹਦੇ ਵਾਸਤੇ ਜਿਹੜਾ ਸਟੈਂਡ ਲੈਣਾ ਚਾਹੀਦਾ ਸਖਤ ਉਹ ਨਹੀਂ ਲਿਆ ਜੀ। ਭਗਵੰਤ ਸਿੰਘ ਮਾਨ ਹੋਰਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ, ਔਰ ਇਹ ਗੱਲਬਾਤ ਉਦੋਂ ਕੀਤੀ ਸੀ ਜਦੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਗੱਲ ਕੀਤੀ ਸੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਜੀ। ਉਦੋਂ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਈਆਂ, ਉਹਨਾਂ ਨੇ ਕਿਹਾ ਭਗਵੰਤ ਸਿੰਘ ਮਾਨ ਨੂੰ ਜੀ ਐਂ ਕਰਕੇ ਜਿਹੜੇ ਹਲਵਾਕਾਂ ਕੋਲੇ ਜ਼ਮੀਨ ਹੈ ਉਹਨਾਂ ਦੀ ਮਾਲਕੀ ਦਾ ਹੱਕ ਦੇ, ਉਹ ਕਹਿੰਦਾ ਜ਼ਰੂਰ ਦੇ ਦਿਆਂਗੀ। ਪਰ ਉਹ ਤੋਂ ਬਾਅਦ ਹੁਣ ਹੋਇਆ ਕੀ ਹੈ ਜੀ? ਹੋਇਆ ਕਿ ਵਿਲੇਜ ਕਾਮਨ ਲੈਂਡ ਹੈ ਜਿਹੜੀ, ਉਹ ਵਿਲੇਜ ਕਾਮਨ ਲੈਂਡ ਟੋਟਲ ਦੀ ਟੋਟਲ ਜਿਹੜੀ ਹੈਗੀ ਚੱਕ ਕੇ ਪੰਚਾਇਤਾਂ ਦੇ ਨਾਂ ਕਰਤੀ, ਜਿਹਨੂੰ ਆਪਾਂ ਮੁਸ਼ਤਰਕਾ ਖਾਤਾ ਕਹਿੰਦੇ, ਮੁਸ਼ਤਰਕਾ ਖਾਤੇ ਵਾਲੀ ਗੱਲ ਕਹਿੰਦੇ। ਜਿਹੜੀਆਂ ਪੱਤੀਆਂ ਨੇ, ਪੱਤੀਆਂ ਹਿੱਸੇਦਾਰਾਂ ਨੇ ਆਪਣੀਆਂ ਪੱਤੀਆਂ ਦੇ ਵਿੱਚੋਂ ਜ਼ਮੀਨਾਂ ਛੱਡੀਆਂ ਸੀ, ਔਰ ਉਹ ਛੱਡੀਆਂ ਕਾਹਦੇ ਵਾਸਤੇ ਸੀ? ਉਹ ਪਿੰਡ ਦੀਆਂ ਸਾਂਝੀਆਂ ਥਾਵਾਂ ਵਾਸਤੇ। ਉੱਥੇ ਸ਼ਮਸ਼ਾਨ ਘਾਟ ਵੀ ਚਾਹੀਦਾ ਹੈ, ਹੱਡਾ ਰੂੜੀ ਵੀ ਚਾਹੀਦਾ ਹੈ, ਸਾਰਾ ਕੁਝ, ਪਸ਼ੂਆਂ ਦਾ ਹਸਪਤਾਲ ਵੀ, ਸਕੂਲ, ਗਰਾਊਂਡ ਵੀ ਚਾਹੀਦੇ ਹੈ, ਲਗਭਗ ਸਾਰੇ ਥਾਵਾਂ ਤੇ ਛੱਪੜ ਵੀ ਚਾਹੀਦੇ। ਜਿਹੜੀਆਂ ਉਹ ਜ਼ਮੀਨਾਂ ਸੀ, ਉਹਨਾਂ ਜ਼ਮੀਨਾਂ 'ਚ ਹੁਣ ਪੰਜਾਬ ਵਿਧਾਨ ਸਭਾ ਦੇ ਰਾਹੀਂ ਇੱਕ ਬਿੱਲ ਲਿਆਂਦਾ ਪੰਜਾਬ ਸਰਕਾਰ ਨੇ, ਉਹ ਬਿੱਲ ਪਾਸ ਕਰਤਾ, ਪਾਸ ਕਰਕੇ ਗਵਰਨਰ ਸਾਹਿਬ ਕੋਲ ਭੇਜਤਾ, ਤੇ ਗਵਰਨਰ ਸਾਹਿਬ ਨੇ ਉਹਦੇ ਤੇ ਸਹੀ ਵੀ ਪਾਤੀ। ਹੁਣ ਸਿਮਰਜੀਤ ਸਿੰਘ ਮਾਨ ਨੇ ਕੱਲ ਜਾ ਕੇ ਗਵਰਨਰ ਸਾਹਿਬ ਕੋਲ ਇਹ ਮਾਮਲਾ ਉਠਾਇਆ। ਉਹ ਕਹਿੰਦਾ ਜੀ ਜਿਹੜਾ ਇਹ ਕੰਮ ਕੀਤਾ ਹੈ ਗੈਰ ਸੰਵਿਧਾਨਕ ਹੈ, ਕਾਨੂੰਨ ਦੇ ਵਿਰੋਧ ਵਿੱਚ ਹੈ, ਤੇ ਤੁਸੀਂ ਤੇ ਸਿਗਨੇਚਰ ਕਿਵੇਂ ਕਰਤੀ? ਤੇ ਗਵਰਨਰ ਸਾਹਿਬ ਨੇ, ਜੋ ਮਾਨ ਸਾਹਿਬ ਨੇ ਬਾਹਰ ਦਾਵਾ ਕੀਤਾ ਹੈ, ਉਹ ਕਹਿੰਦੇ ਵੀ ਗਵਰਨਰ ਸਾਹਿਬ ਨੇ ਸੱਚਮੁੱਚ ਮੇਰੇ ਕੋਲ ਮੰਨੇ ਕਿ ਯਾਰ ਮੈਨੂੰ ਜਾਣਕਾਰੀ ਨਹੀਂ ਸੀ, ਮੈਨੂੰ ਉਹਲੇ 'ਚ ਰੱਖਿਆ ਗਿਆ ਤੇ ਮੈਥੋਂ ਦਸਤਖਤ ਕਰਵਾ ਲਏ ਗਏ, ਮੈਂ ਦਸਤਖਤ ਕਰਤੇ। ਮਾਨ ਸਾਹਿਬ ਕੀ ਕਹਿੰਦੇ ਹੈ? ਉਹ ਕਹਿੰਦੇ ਸੰਵਿਧਾਨ ਦੀ ਇੱਕ ਧਾਰਾ, ਸ਼ਾਇਦ ਉਹਨਾਂ ਨੇ 131 ਦਾ ਜ਼ਿਕਰ ਕੀਤਾ ਹੈ, ਆਰਟੀਕਲ 131 ਦਾ ਜ਼ਿਕਰ ਕੀਤਾ ਕਿ ਆਰਟੀਕਲ 131 ਇਹ ਕਹਿੰਦਾ ਹੈ ਕਿਸੇ ਵੀ ਕਿਸਾਨ ਦੀ ਜ਼ਮੀਨ ਤੁਸੀਂ ਡਿਵੈਲਪਮੈਂਟ ਕੰਮਾਂ ਵਾਸਤੇ ਲੈ ਸਕਦੇ ਹੋ ਜੀ, ਲੇਕਿਨ ਵਿਦਆਊਟ ਪੇਮੈਂਟ ਨਹੀਂ ਲੈ ਸਕਦੇ। ਪੈਸਾ ਅਦਾ ਕੀਤੇ ਬਗੈਰ ਤੁਸੀਂ ਉਹਨਾਂ ਤੋਂ ਜ਼ਮੀਨਾਂ ਨਹੀਂ ਲੈ ਸਕਦੇ। ਇਹ ਜਿਹੜੀਆਂ ਪੱਤੀਆਂ ਦੀਆਂ ਜ਼ਮੀਨਾਂ ਤੇ ਫਿਰ ਦਿਓ ਪੈਸੇ, ਇਹ ਪੱਤੀਆਂ ਦੀਆਂ ਜ਼ਮੀਨਾਂ ਤੇ ਹਿੱਸੇਦਾਰਾਂ ਦੀਆਂ। ਉਹ ਕਹਿੰਦੇ ਵੀ ਕਿਸੇ ਨੂੰ ਆਨਾ ਦਿੱਤਾ ਨਹੀਂ, ਵਿਦਆਊਟ ਐਕਵਾਇਰ ਕੀਤਿਆਂ ਤੋਂ ਤੁਸੀਂ ਇੱਕ ਕਾਨੂੰਨ ਬਣਾ ਕੇ ਤੇ ਉਹ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਲੈ ਲਈਆਂ। ਇਹ ਤਾਂ ਜੀ ਆਰਟੀਕਲ 131 ਦੀ ਉਲੰਘਣਾ ਹੈ। ਦੂਜੀ ਗੱਲ ਉਹ ਕਹਿੰਦੇ ਜੀ, ਕਹਿੰਦੇ ਜੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਜ਼ਿਕਰ ਕੀਤਾ ਹੈ ਕਿ ਜੀ ਅਸੀਂ ਉਸ ਫੈਸਲੇ ਦੀ ਬਦੌਲਤ ਜਿਹੜਾ ਹੈਗਾ ਇਹਦੇ ਤੇ ਅਸੀਂ ਆਪਣਾ ਕਰ ਲਿਆ ਵੀ ਸਾਰੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ, ਜਿਹੜੀਆਂ ਸਾਂਝੀਆਂ ਜ਼ਮੀਨਾਂ ਪੰਚਾਇਤਾਂ ਦੀਆਂ ਜਾਣ। ਪਰ ਕਹਿੰਦੇ ਉਸ ਤੋਂ ਬਾਅਦ ਇੱਕ 5 ਜੱਜਾਂ ਦਾ ਫੈਸਲਾ ਹੈ
5 ਜੱਜਾਂ ਦਾ ਫੈਸਲਾ ਕਹਿੰਦਾ ਕਿ ਜਿਹੜੀਆਂ ਇਹ ਖਾਤਿਆਂ ਦੇ ਵਿੱਚੋਂ ਕੱਟੀਆਂ ਹੋਈਆਂ ਜ਼ਮੀਨਾਂ ਇਹ ਨਹੀਂ ਲਈਆਂ ਜਾ ਸਕਦੀਆਂ ਜੀ। ਤੇ ਉਹ ਕਹਿੰਦੇ ਵੀ ਇਹ ਮਾਮਲਾ ਤਾਂ ਉਨੀ ਦੇਰ ਤੱਕ ਇਹ ਕਾਨੂੰਨ ਬਣ ਨਹੀਂ ਸਕਦਾ ਜਿੰਨੀ ਦੇਰ ਦੀ ਪ੍ਰਵਾਨਗੀ ਰਾਸ਼ਟਰਪਤੀ ਤੋਂ ਨਹੀਂ ਮਿਲਦੀ ਜੀ। ਤੇ ਗਵਰਨਰ ਸਾਹਿਬ ਤਾਂ ਇਹਦੀ ਪ੍ਰਵਾਨਗੀ ਦੇ ਨਹੀਂ ਸਕਦੇ। ਜਦੋਂ ਉਹਨਾਂ ਨੇ ਗਵਰਨਰ ਸਾਹਿਬ ਕੋਲੇ ਮਾਮਲਾ ਉਠਾਇਆ ਤਾਂ ਫਿਰ ਗਵਰਨਰ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਚੰਗਾ ਹੋਇਆ ਤੁਸੀਂ ਮੇਰੇ ਧਿਆਨ 'ਚ ਲਿਆਂਦਾ, ਮੈਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓ ਤਾਂ ਮੈਂ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਲਿਖ ਕੇ ਭੇਜਦਾ ਕਿ ਤੁਸੀਂ ਭਾਈ ਆਪਣੀ ਪੋਜੀਸ਼ਨ ਕਲੀਅਰ ਕਰੋ। ਸੋ ਮਾਨ ਸਾਹਿਬ ਨੇ ਮੇਰੇ ਖਿਆਲ ਮੁਤਾਬਕ ਜਿਹੜਾ ਮਾਮਲਾ ਉਠਾਇਆ ਤੇ ਜਿਸ ਢੰਗ ਨਾਲ ਉਠਾਇਆ ਇਹ ਉਠਾਉਣਾ ਚਾਹੀਦਾ ਸੀ ਜੀ। ਇਹ ਉਠਾਉਣਾ ਚਾਹੀਦਾ ਸੀ। ਚਾਹੀਦਾ ਤਾਂ ਇਹ ਸੀ ਕਿ ਜਨਤਕ ਜਥੇਬੰਦੀਆਂ ਉਠਾਉਂਦੀਆਂ, ਇਹ ਕਿਸਾਨ ਜਥੇਬੰਦੀਆਂ ਉਠਾਉਂਦੀਆਂ, ਉਹਨਾਂ ਨੇ ਨਹੀਂ ਉਠਾਇਆ। ਹਾਲਾਂਕਿ ਜਿੰਨੀਆਂ ਵੀ ਖੱਬੇ ਪੱਖੀ ਜਥੇਬੰਦੀਆਂ ਹੈ, ਚਾਹੇ ਉਹ ਖੇਤ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਉਹ ਇਹ ਡਿਮਾਂਡ ਕਰਦੀਆਂ ਹੁੰਦੀਆਂ ਕਿ ਹਲਵਾਕਾਂ ਨੂੰ ਮਾਲਕੀ ਦਾ ਹੱਕ ਦਿੱਤਾ ਜਾਵੇ। ਜਿਹੜੇ ਖੇਤ ਮਜ਼ਦੂਰ ਹੈ, ਜਿਹੜੇ ਲੈਂਡਲੈਸ ਹੈ, ਜਿਨ੍ਹਾਂ ਦੇ ਕੋਲ ਜ਼ਮੀਨਾਂ ਹੈ ਨਹੀਂ, ਉਹਨਾਂ ਕੋਲ ਘਰ ਘਾਟ ਵੀ ਹੈ ਨਹੀਂ, ਉਹਨਾਂ ਨੂੰ ਘਰ ਬਣਾਉਣ ਵਾਸਤੇ 5-5 ਮਰਲੇ ਦੇ ਪਲਾਟ ਦੇਣੇ ਚਾਹੀਦੇ ਜੀ। ਇਹ ਕਾਗਜ਼ਾਂ ਪੱਤਰਾਂ ਦੇ ਵਿੱਚ ਤਾਂ ਮੰਗ ਕਰ ਰਹੇ ਹਨ, ਪਰ ਜਿਹੜੀ ਆਲਰੇਡੀ ਉਹਨਾਂ ਦੀ ਜ਼ਮੀਨ ਆਪਣੀ ਹੈ ਤੇ ਉਹਨਾਂ ਤੋਂ ਖੋਹੀ ਜਾ ਰਹੀ ਹੈ। ਤੇ ਦਾਨੇ ਵਾਲੀਆ ਸਾਹਿਬ ਤੁਹਾਡੇ ਯਾਦ ਹੋਣਾ ਬਠਿੰਡੇ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀਤੀ ਸੀ। ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਜੀ। ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਇਹ ਜ਼ਮੀਨਾਂ ਉਹ ਹੈ ਜਿਹੜੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਵਗੈਰਾ ਉਹਨਾਂ ਲੋਕਾਂ ਦੇ ਨਾਲ 1947 ਤੋਂ ਪਹਿਲਾਂ ਦੀਆਂ ਨੇ। ਰੈਵਨਿਊ ਰਿਕਾਰਡ ਕੱਢ ਕੇ ਦੇਖ ਲਓ, ਰੈਵਨਿਊ ਰਿਕਾਰਡ ਦੇ ਮੁਤਾਬਕ ਹੈ ਤੇ ਸੁਪਰੀਮ ਕੋਰਟ ਦਾ ਫੈਸਲਾ ਤਾਂ ਹੋ ਰਿਹਾ ਗਿਆ ਕਿ ਲਗਾਤਾਰ 12 ਸਾਲ ਜੇ ਕੋਈ ਬੰਦਾ ਕਿਸੇ ਜਾਇਦਾਦ ਦੇ ਉੱਤੇ ਕਾਬਜ਼ ਰਹਿ ਜਾਂਦਾ ਤੇ ਉਹ ਮਾਲਕੀ ਦਾ ਹੱਕ ਲੈ ਸਕਦਾ। ਉਹ ਤਾਂ ਹੁਣ ਜਿਹੜੇ ਕਹਿ ਪੀੜ੍ਹੀਆਂ ਤੋਂ ਬੰਦੇ ਬੈਠੇ ਵੇ ਤੇ ਤੁਸੀਂ ਉਹਨਾਂ ਤੋਂ ਖੋਹ ਰਹੇ ਹੋ। ਉਹਦੇ ਤੇ ਮੇਰੇ ਖਿਆਲ ਮਾਨ ਸਾਹਿਬ ਨੇ ਕੱਲ੍ਹ ਇਹ ਮਾਮਲਾ ਲੈ ਕੇ ਆਪਣੀ ਹਾਜ਼ਰੀ ਵੀ ਲਵਾਈ ਹੈ ਮੀਡੀਆ ਦੇ ਵਿੱਚ, ਔਰ ਕਿਉਂਕਿ ਗੱਲ ਉਹਨਾਂ ਨੇ ਇੱਕ ਨਿਵੇਕਲੀ ਕੀਤੀ ਹੈ ਦੂਜਿਆਂ ਦੇ ਨਾਲੋਂ, ਤੇ ਅੱਜ ਅਖਬਾਰਾਂ ਨੇ, ਟੀਵੀ ਚੈਨਲਾਂ ਨੇ, ਰੇਡੀਓਜ਼ ਨੇ ਇਹਦੇ ਤੇ ਚਰਚਾ ਵੀ ਕੀਤੀ ਹੈ ਜੀ। ਸੋ ਚੰਗੀ ਗੱਲ ਹੈ ਜੀ। ਤੇ ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਉੱਤੇ ਆਪਣੇ ਵਪਾਰਕ ਅਦਾਰਿਆਂ ਦੀ ਮਸ਼ਹੂਰੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ 9780141741 ਦੇ ਉੱਤੇ ਸੰਪਰਕ ਕਰ ਸਕਦੇ ਹੋ। 9780141741 ਦੇ ਉੱਤੇ ਤੁਹਾਡਾ ਰੀਫਰ ਵੈਨ ਜਾਂ ਫਲੈਟ ਬੈਡ ਜਾਂ ਕਿਸੇ ਪ੍ਰਕਾਰ ਦੀ ਵੀ ਕੋਈ ਟ੍ਰੇਲਰ ਜਾਂ ਸੈਮੀ ਖਰਾਬ ਹੋ ਗਿਆ ਤਾਂ ਤੁਸੀਂ ਯਾਦ ਰੱਖੋ ਜੀ ਨਾ ਮਾਲਵਾ ਟਰੱਕ ਲੈਂਡ ਐਂਡ ਟ੍ਰੇਲਰ ਰਿਪੇਅਰ ਦਾ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੇ ਨੇ ਜੀ। ਫੋਨ ਨੰਬਰ ਹੈ 804372 8043728800 ਦੇ ਉੱਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। ਪਰਮਜਾ ਜੱਸੀ ਨੂੰ ਤੁਸੀਂ 31777205 ਜਾਂ 661-204-5818 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ ਇਹਨਾਂ ਦੀ 1315 ਵੈਸਟਰਨ ਹੰਨਾ ਐਵੀਨਿਊ, ਇੰਡੀਅਨ ਐਪਲੈਸ। ਤੇ ਢਿੱਲੋਂ ਸਾਹਿਬ, ਸਾਵਰਕਰ ਦੀ ਇੱਕ ਚਿੱਠੀ ਜਿਹੜੀ ਹੈ ਉਹ ਫਿਰ ਚਰਚਾ ਦੇ ਵਿੱਚ ਆ ਗਈ ਹੈ। ਉਹ ਕਿਵੇਂ ਆਈ ਹੈ ਜੀ ਚਰਚਾ 'ਚ? ਚਰਚਾ ਤਾਂ ਵੈਸੇ ਗੱਲ ਹੈ ਵੀ ਇਹ ਚਰਚਾ ਸਾਵਰਕਰ ਦੇ ਉੱਤੇ ਕਦੇ ਰੁਕੀ ਨਹੀਂ। ਸਾਵਰਕਰ ਦੇ ਉੱਤੇ ਹਮੇਸ਼ਾ ਹੀ ਚਰਚਾ ਹੁੰਦੀ ਰਹਿੰਦੀ ਹੈ ਜੀ। ਜਦੋਂ ਵੀ ਸਾਵਰਕਰ ਦਾ ਕੋਈ ਤਿਥ ਤਿਉਹਾਰ ਹੁੰਦਾ ਹੈ, ਉਹਦਾ ਜਨਮ ਦਿਨ ਆਉਂਦਾ ਹੈ ਜਾਂ ਉਹਦਾ ਜਿਹੜਾ ਹੈਗਾ ਵਿਛੋੜਾ ਦਿਨ ਆਉਂਦਾ, ਕੁਝ ਵੀ ਆਉਂਦਾ, ਜਦੋਂ ਉਹਦੀ ਮੌਤ ਹੋ ਜਾਂਦੀ ਹੈ ਉਦੋਂ ਵੀ ਉਹਦਾ ਜ਼ਿਕਰ ਹੁੰਦਾ ਹੈ। ਜਦੋਂ ਇਨਕਲਾਬੀਆਂ ਦੀ ਜਿਹੜੇ ਉਹਨਾਂ ਦੇ ਸਮਕਾਲੀ ਹੈ ਸਾਵਰਕਰ ਸਾਹਿਬ ਦੀ, ਉਹਨਾਂ ਦੇ ਇਨਕਲਾਬੀਆਂ ਦੀ ਗੱਲ ਆਉਂਦੀ ਹੈ ਤੇ ਜ਼ਿਕਰ ਉਦੋਂ ਵੀ ਆਉਂਦਾ ਹੈ। ਮੈਂ ਤੁਹਾਡੇ ਯਾਦ ਕਰਾਉਣਾ ਕਿ 1925 ਦੇ ਵਿੱਚ RSS ਬਣੀ ਸੀ ਜੀ। ਸਾਵਰਕਰ ਜਿਹੜਾ ਹੈਗਾ 1911-12 ਦੇ ਕਰੀਬ ਇਹਨੂੰ ਜਿਹੜਾ ਹੈਗਾ ਸਜ਼ਾ ਹੋ ਗਈ ਸੀ ਜੇਲ੍ਹ ਦੀ। ਅੱਛਾ। ਉਮਰ ਕੈਦ ਦੀ ਸਜ਼ਾ ਕਰਕੇ ਤੇ ਇਹਨੂੰ ਭੇਜਤਾ ਸੀ ਕਾਲੇ ਪਾਣੀ। ਉਦੋਂ ਮੇਰਾ ਖਿਆਲ ਹੈ ਕਿਸੇ ਅੰਗਰੇਜ਼ ਅਫਸਰ ਦਾ ਕੋਈ ਕਤਲ ਵਗੈਰਾ ਹੋਇਆ ਸੀ, ਉਸ ਮਾਮਲੇ ਦੇ ਵਿੱਚ ਇਹਨੂੰ ਇਨਵੋਲਵ ਕੀਤਾ ਗਿਆ ਸੀ। ਔਰ ਉਸੇ ਸਮੇਂ 'ਚ ਦੇ ਦੌਰਾਨ ਹੀ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰੀ ਉਹ ਵੀ ਜੱਦੋਜਹਿਦ ਦੇ ਰਾਹ ਪਏ ਹੋਏ ਸੀ। ਉਹਨਾਂ ਦੀ ਜਿਹੜੀ ਹੈਗੀ ਹੈ ਲੜਾਈ ਦੇ ਤੌਰ ਤਰੀਕੇ ਵੱਖਰੇ ਸੀ, ਸਾਵਰਕਰ ਦੇ ਵੱਖਰੇ ਸੀ। ਬਿਲਕੁਲ ਉਹਨਾਂ ਦੀ ਵਿਚਾਰਧਾਰਾ ਵੱਖਰੀ ਸੀ, ਸਾਵਰਕਰ ਦੀ ਵਿਚਾਰਧਾਰਾ ਵੱਖਰੀ ਸੀ। ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਸਜ਼ਾਏ ਮੌਤ ਹੋ ਗਈ ਤੇ ਉਦੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਜੀ। ਉਹਨਾਂ ਨੇ ਚਿੱਠੀ ਲਿਖੀ ਸੀਗੀ ਵਾਇਸਰਾਏ ਨੂੰ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਸਾਡੇ ਖਿਲਾਫ ਟ੍ਰਿਬਿਊਨਲ ਬਣਾਇਆ ਸੀ ਜੀ, ਕਿਉਂਕਿ ਮੁਕੱਦਮਾ ਜਿਹੜਾ ਆਪਾਂ ਦੇਖੀਏ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਖਿਲਾਫ ਮੁਕੱਦਮਾ ਕਿਸੇ ਅਦਾਲਤ 'ਚ ਨਹੀਂ ਚੱਲਿਆ ਸੀ ਜੀ। ਅਦਾਲਤ ਦੇ ਵਿੱਚ ਆਪਾਂ ਦੇਖੀਏ, ਅਦਾਲਤ ਦੇ
ਅਦਾਲਤ ਦੇ ਵਿੱਚ ਜਿਹੜਾ ਮੁਕੱਦਮਾ ਚੱਲਦਾ ਹੁੰਦਾ ਉਹ ਸੈਸ਼ਨ ਟ੍ਰਾਇਲ ਹੁੰਦਾ ਹੈ। ਉੱਥੇ ਸੈਸ਼ਨ ਟ੍ਰਾਇਲ ਨਹੀਂ ਸੀ, ਇੱਕ ਟ੍ਰਿਬਿਊਨਲ ਬਣਾਇਆ ਗਿਆ ਸੀ। ਉਸ ਟ੍ਰਿਬਿਊਨਲ ਦੇ ਵਿੱਚ ਮੁਕੱਦਮਾ ਚੱਲਿਆ ਸੀ ਤੇ ਟ੍ਰਿਬਿਊਨਲ ਦਾ ਮਤਲਬ ਇਹ ਹੈ ਕਿ ਟ੍ਰਿਬਿਊਨਲ ਦੇ ਫੈਸਲੇ ਦੇ ਖਿਲਾਫ ਅਪੀਲ ਜਿਹੜੀ ਹੈ ਹਾਈ ਕੋਰਟ 'ਚ ਨਹੀਂ ਸੀ ਹੋ ਸਕਦੀ। ਇਹ ਜਾਂ ਤਾਂ ਰਹਿਮ ਦੀ ਅਪੀਲ ਹੁੰਦੀ ਤੇ ਜਾਂ ਸੁਪਰੀਮ ਕੋਰਟ 'ਚ ਹੁੰਦੀ ਜੀ। ਤਾਂ ਉਹਨਾਂ ਨੇ ਉਹ ਟ੍ਰਿਬਿਊਨਲ ਨੇ ਫੈਸਲਾ ਕਰਤਾ ਜੀ ਸਜ਼ਾਏ ਮੌਤ, ਕਿਉਂਕਿ ਇਹਨਾਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਜੰਗ ਵਿੱਢੀ ਸੀ ਜੀ। ਇਹ ਅੰਗਰੇਜ਼ ਹਕੂਮਤ ਦੇ ਖਿਲਾਫ ਅੰਦੋਲਨ ਕਰ ਰਹੇ ਸੀ, ਜੰਗ ਕਰ ਰਹੇ ਸੀ ਤੇ ਉਸ ਜੰਗ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜੀ ਹੈਗੀ ਉਮਰ ਕੈਦ ਦੀ ਸਜ਼ਾ, ਫਾਂਸੀ ਦੀ ਸਜ਼ਾ ਸੁਣਾਤੀ। ਉਹ ਸੁਣਾਤੀ ਤਾਂ ਭਗਤ ਸਿੰਘ ਹੋਰਾਂ ਨੇ ਫਿਰ ਜਿਹੜੀ ਚਿੱਠੀ ਲਿਖੀ ਸੀ, ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਟ੍ਰਿਬਿਊਨਲ ਦੇ ਫੈਸਲੇ ਤੋਂ ਇਹ ਗੱਲ ਸਾਬਤ ਹੋ ਗਈ ਜੀ ਕਿ ਅਸੀਂ ਤੁਹਾਡੇ ਖਿਲਾਫ ਲੜਾਈ ਦੀ ਸ਼ੁਰੂਆਤ ਕੀਤੀ ਹੈ। ਅਸੀਂ ਜੰਗੀ ਕੈਦੀ ਹਾਂ ਤੇ ਜੰਗੀ ਕੈਦੀਆਂ ਨੂੰ ਕਦੇ ਰੱਸਿਆਂ ਨਾਲ ਲਟਕਾ ਕੇ ਨਹੀਂ ਉਹਨਾਂ ਦੀ ਜਾਨ ਲਈ ਜਾਂਦੀ। ਉਹਨਾਂ ਦੀ ਜਾਨ ਜਿਹੜੀ ਹੈਗੀ ਹੈ ਉਹ ਜੰਗੀ ਤਰੀਕੇ ਨਾਲ ਲਈ ਜਾਂਦੀ ਹੈ। ਇਸ ਲਈ ਸਾਡੇ ਖਾਤਮੇ ਵਾਸਤੇ, ਸਾਡੇ ਪ੍ਰਾਣ ਲੈਣ ਵਾਸਤੇ, ਸਾਡੀ ਜਾਨ ਲੈਣ ਵਾਸਤੇ ਅੰਗਰੇਜ਼ ਹਕੂਮਤ ਨੂੰ ਚਾਹੀਦਾ ਹੈ ਜੀ ਕਿ ਉਹ ਇੱਕ ਫਾਇਰਿੰਗ ਸਕੁਐਡ ਦਾ ਦਸਤਾ ਜਿਹੜਾ ਹੈਗਾ ਨਾ ਉਹ ਫਾਇਰਿੰਗ ਸਕੁਐਡ ਜਿਹੜਾ ਹੈਗਾ ਉਹ ਤਿਆਰ ਕਰੇ ਔਰ ਉਹ ਸਾਡਾ ਜਿਹੜਾ ਹੈਗਾ ਕਤਲ ਕਰਨ ਤੇ ਅਸੀਂ ਖੁਸ਼ੀ ਦੇ ਨਾਲ ਉਹ ਕਤਲ ਪ੍ਰਵਾਨ ਕਰਾਂਗੇ ਜੀ। ਇਹ ਜਦੋਂ ਮੈਂ ਚਿੱਠੀ ਪੜ੍ਹੀ ਸੀ ਦਾਨੇਵਾਲੀਆ ਸਾਹਿਬ, ਉਹ ਚਿੱਠੀ ਵੀ ਦੇਖੀ ਸੀ ਤੇ ਉਸ ਚਿੱਠੀ ਦੇ ਨਾਲ 3-4 ਚਿੱਠੀਆਂ ਹੋਰ ਵੀ ਸੀ। ਅੱਛਾ ਜੀ। ਉਹ ਸਾਬਰਕਰ ਦੀਆਂ ਚਿੱਠੀਆਂ ਸੀ। ਉਹ ਕਹਿੰਦਾ ਸੀ ਜੀ ਮੈਨੂੰ ਪ੍ਰਾਣਾ ਦੀ ਭੀਖ ਦੇ ਦਿਓ। ਪ੍ਰਾਣਾ ਦਾ ਭੀਖ ਤਾਂ ਕੀ, ਤਾਂ ਜਿਉਂਦਾ ਹੀ ਸੀਗਾ। ਉਹ ਕਹਿੰਦਾ ਮੈਨੂੰ ਆਜ਼ਾਦ ਕਰ ਦਿਓ ਜੀ, ਮੈਂ ਤੁਹਾਡੇ ਬਾਹਲਾ ਕੰਮ ਆਊਂਗਾ। ਅੱਛਾ, ਜੋ ਕਹੋਗੇ ਉਹੀ ਕਰੂੰਗਾ। ਉਹ ਜਿਵੇਂ ਕਹੋਗੇ। ਪਰ ਹੁਣ ਜਿਹੜੀ ਦਾਨੇਵਾਲੀਆ ਸਾਹਿਬ ਗੱਲ ਹੋਈ ਹੈ, ਅਸਲ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਸ਼ੁਰੂ ਕੀਤੀ ਹੋਈ ਹੈ ਯਾਤਰਾ। ਅੱਛਾ ਜੀ। ਜਿਹਦਾ ਨਾਮ ਰੱਖਿਆ ਹੋਇਆ ਭਾਰਤ ਜੋੜੋ ਯਾਤਰਾ। ਇਹ ਭਾਰਤ ਜੋੜੋ ਯਾਤਰਾ ਬਹੁਤ ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੈ। ਕਿਸੇ ਜ਼ਮਾਨੇ ਦੇ ਵਿੱਚ ਜੀ ਪੈਦਲ ਯਾਤਰਾ ਦਾ ਸਿਲਸਿਲਾ ਸ਼ੁਰੂ ਕੀਤਾ ਸੀਗਾ ਮਹਾਤਮਾ ਗਾਂਧੀ ਨੇ। ਫਿਰ ਡਾਂਡੀ ਮਾਰਚ ਵਗੈਰਾ। ਫਿਰ ਮੇਰੇ ਯਾਦ ਹੈ 1 ਮਾਰਚ ਸਾਡੇ ਸਮੇਂ ਦੇ ਵਿੱਚ ਵੀ ਹੋਇਆ ਸੀ, ਉਹ ਕੀਤਾ ਸੀ ਚੰਦਰ ਸ਼ੇਖਰ ਨੇ ਜੀ। ਚੰਦਰ ਸ਼ੇਖਰ ਨੇ ਕਸ਼ਮੀਰ ਤੱਕ ਸੀ ਚੱਲਿਆ ਸੀ, ਉਹ ਉਧਰੋਂ ਕੰਨਿਆ ਕੁਮਾਰੀ ਤੋਂ। ਫਿਰ ਆਪਣੇ ਐਕਟਰ ਸੁਨੀਲ ਦੱਤ ਨੇ ਵੀ 1 ਮਾਰਚ ਕੱਢਿਆ ਸੀ। ਉਸ ਤੋਂ ਬਾਅਦ ਫਿਰ ਮਾਰਚਾਂ ਵਾਲੀ ਗੱਲ ਖਤਮ ਹੋ ਗਈ ਸੀ। ਲੋਕਲ ਜੀ ਤਾਂ ਮਾਰਚ ਹੁੰਦੇ ਰਹੇ, ਲੇਕਿਨ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾਣਾ ਇਹ ਨਹੀਂ। ਆਮ ਤੌਰ ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਨੂੰ ਜਾਂਦੇ ਹੁੰਦੇ ਹੈ ਜੀ ਜੀ। ਲੇਕਿਨ ਐਤਕੀ ਰਾਹੁਲ ਗਾਂਧੀ ਨੇ ਕੰਨਿਆ ਕੁਮਾਰੀ ਤੋਂ ਸ਼ੁਰੂ ਕਰਕੇ ਤੇ ਕਸ਼ਮੀਰ ਨੂੰ ਜਾਣ ਦਾ ਫੈਸਲਾ ਕੀਤਾ। ਇਹਦਾ ਕਾਰਨ ਕੀ ਹੈ? ਇੱਕ ਤਾਂ ਰਾਹੁਲ ਗਾਂਧੀ ਦੇ ਉੱਤੇ ਲੈਵਲ ਲਾਇਆ ਜਾਂਦਾ ਸੀ ਜੀ ਇਹ ਪੱਪੂ ਹੈ ਜੀ। ਹਾਂ, ਇਹ ਤਾਂ ਕੁਝ ਕਰਦਾ ਹੀ ਨਹੀਂ। ਉਹਨੇ ਪੱਪੂ ਵਾਲਾ ਸੰਕਲਪ ਤੋੜਿਆ ਤੇ ਤੁਰਿਆ। ਤੁਰ ਕੇ ਉਹ ਕਹਿੰਦਾ ਲੋਕਾਂ ਚੋਂ ਸਿੱਖੋ, ਜਾ ਕੇ ਲੋਕਾਂ ਦੇ ਵਿੱਚੋਂ ਬੜੀਆਂ ਗੱਲਾਂ ਦਾ ਪਤਾ ਲੱਗਦਾ ਹੈ ਔਰ ਉਹਦਾ ਕਾਫਲਾ ਵੱਧਦਾ ਜਾਂਦਾ। ਉਹਦੇ ਨਾਲ ਵੱਡੇ ਵੱਡੇ ਲੀਡਰ ਵੀ ਆਉਂਦੇ ਹਨ ਤੇ ਐਕਟਰ ਤੇ ਐਕਟਰੈਸਸ ਵੀ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਗਈਆਂ। ਉਹਦੇ ਵਿੱਚੋਂ ਜਾਂਦਾ ਜਾਂਦਾ ਤੇ ਚਲਾ ਗਿਆ ਜੀ ਆਪਣਾ ਮਹਾਰਾਸ਼ਟਰ 'ਚ। ਮਹਾਰਾਸ਼ਟਰ ਦੇ ਵਿੱਚ ਉਹਨੇ ਇੱਕ ਥਾਂ ਦੇ ਉੱਤੇ ਭਾਸ਼ਣ ਕੀਤਾ ਜੀ। ਉੱਥੇ ਭਾਸ਼ਣ ਕਰਕੇ ਉਹ ਕਹਿੰਦਾ ਜੀ ਜਿਹੜਾ ਸਾਵਰਕਰ ਹੈ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਹੈ ਸਾਵਰਕਰ ਦੀ ਔਲਾਦ ਜੀ। ਉਹਨੇ ਆਰਐਸਐਸ ਬਣਾਈ ਸੀ। ਆਰਐਸਐਸ ਦੀ ਜਿਹੜੀ ਹੈਗੀ ਪੋਲੀਟੀਕਲ ਵਿੰਗ ਉਹ ਭਾਰਤੀ ਜਨਤਾ ਪਾਰਟੀ ਹੈ। ਕਾਂਗਰਸ ਪਾਰਟੀ ਜਿਹੜੀ ਹੈਗੀ ਦੇਸ਼ ਭਗਤਾਂ ਨੇ ਬਣਾਈ ਸੀ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਵਗੈਰਾ ਉਹ ਲੋਕ ਇਸ ਰਹੇ ਹੈ। ਜਿਹੜਾ ਸਾਵਰਕਰ ਇਹਨਾਂ ਦਾ ਭੀਸ਼ਮ ਪਿਤਾਮਾ ਸੀ, ਉਹਦੀ ਵਿਚਾਰਧਾਰਾ ਕੀ ਸੀ ਤੇ ਨਹਿਰੂ ਗਾਂਧੀ ਹੋਰਾਂ ਦੀ ਵਿਚਾਰਧਾਰਾ ਕੀ ਸੀ, ਇਹਦਾ ਵਖਰੇਵਾ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦਾ ਜੀ ਤਾਂ ਮਾਫੀਆ ਮੰਗਣ ਵਾਲੇ ਲੋਕ ਸੀ ਜੀ। ਇਹਨਾਂ ਨੇ ਤਾਂ ਮਾਫੀਆਂ ਮੰਗੀਆਂ ਵੀ ਜੀ ਸਾਨੂੰ ਤੁਸੀਂ ਰਿਹਾ ਕਰ ਦਿਓ, ਜਿਵੇਂ ਮਾਈ ਬਾਪ ਕਹੋਗੇ ਅਸੀਂ ਉਵੇਂ ਕਰਾਂਗੇ। ਪਰ ਕਹਿੰਦੇ ਵੀ ਨਾ ਤਾਂ ਕਦੇ ਮਹਾਤਮਾ ਗਾਂਧੀ ਨੇ ਮਾਫੀ ਮੰਗੀ ਸੀ ਤੇ ਨਾ ਹੀ ਕਦੇ ਮੰਗੀ ਸੀ ਨਹਿਰੂ ਨੇ ਜੀ ਤੇ ਨਾ ਹੀ ਆਪਣਾ ਸੁਭਾਸ਼ ਹੋਰਾਂ ਨੇ ਮੰਗੀ ਸੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਜਾਂ ਹੋਰਾਂ ਨੇ ਉਹਨਾਂ ਦਾ ਲੜਾਈ ਲੜਦੇ ਰਹੇ ਜੀ ਜੀ। ਇਹਦੇ ਤੇ ਦੇਵੇਂਦਰ ਫਡਨਵੀਸ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਅੱਜ ਕੱਲ੍ਹ ਉਹ ਡਿਪਟੀ ਮੁੱਖ ਮੰਤਰੀ ਹੈ ਮਹਾਰਾਸ਼ਟਰ 'ਚ। ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਜੀ ਕਿ ਰਾਹੁਲ ਗਾਂਧੀ ਜੀ ਇਹ ਗਲਤ ਗੱਲ ਕਰਦਾ ਹੈ। ਅੱਛਾ, ਗਲਤ ਕਰਦਾ ਹੈ। ਨਾਲ ਹੀ ਜਿਹੜੇ ਹੈਗੇ ਉਧਮ ਠਾਕਰੇ ਸ਼ਿਵ ਸੈਨਾ ਵਾਲੇ ਜੀ, ਉਹ ਹੈ ਤਾਂ ਬੀਜੇਪੀ ਦੇ ਅੱਜ ਕੱਲ੍ਹ ਉਲਟ ਖੜੋਤੇ ਹੈ। ਕਾਂਗਰਸ ਪਾਰਟੀ ਨਾਲ ਮਿਲ ਕੇ ਉਹਨਾਂ ਨੇ ਸਰਕਾਰ ਵੀ ਚਲਾਈ, ਪਰ ਕਿਉਂਕਿ ਉਹ ਹਿੰਦੂਤਵ ਦੇ ਮਦਈ ਹੈ ਜੀ, ਉਹ ਕਹਿੰਦੇ ਜੀ ਸਾਵਰਕਰ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤਾਂ ਸਾਵਰਕਰ ਨੂੰ ਆਪਦਾ ਆਦਰਸ਼ ਮੰਨਦਾ, ਹਿੰਦੂਤਵ ਦਾ ਆਦਰਸ਼ ਮੰਨਦਾ। ਉਹਨੇ ਵੀ ਗੱਲ ਕਹਿ ਦਿੱਤੀ। ਪਰ ਕਿਉਂਕਿ ਦੇਵੇਂਦਰ ਫਡਨਵੀਸ ਨੇ ਜਦੋਂ ਗੱਲ ਕਹਿ ਦਿੱਤੀ ਤੇ ਫਿਰ ਅਗਲੇ ਦਿਨ ਜੀ ਇੱਕ ਉੱਥੇ ਹੋਰ ਕਸਬਾ ਹੈ ਜੀ, ਉਸ ਕਸਬੇ 'ਚ ਪਹੁੰਚ ਗਏ ਰਾਹੁਲ ਗਾਂਧੀ। ਉੱਥੇ ਜੀ ਉਹ ਕਹਿੰਦੇ ਬਕਾਇਦਾ ਪ੍ਰੈਸ ਕਾਨਫਰੰਸ ਬੁਲਾਓ ਜੀ। ਪ੍ਰੈਸ ਕਾਨਫਰੰਸ ਬੁਲਾਤੀ। ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ ਉਹਨੇ ਅੰਗਰੇਜ਼ੀ ਤੇ ਫਿਰ ਹਿੰਦੀ ਦੇ ਵਿੱਚ ਅੱਛਾ ਜੀ ਚਿੱਠੀ ਕੱਢ ਕੇ ਦਿਖਾਤੀ। ਕਹਿੰਦਾ ਜੀ ਆਹ ਚਿੱਠੀ ਹੈ। ਇਸ ਚਿੱਠੀ ਦੇ ਵਿੱਚ ਸਪਸ਼ਟ ਲਿਖ ਰਿਹਾ ਹੈ ਜੀ ਸਾਵਰਕਰ, ਵਿਨਾਇਕ ਦਮੋਦਰ ਵੀਰ ਸਾਵਰਕਰ। ਵੀਰ ਦਾ ਮਤਲਬ ਨਾ ਬਹਾਦਰ। ਬਿਲਕੁਲ। ਔਰ ਬਹਾਦਰ ਵੀ ਇਹ ਬਹਾਦਰ ਸਾਵਰਕਰ ਕਹਿੰਦਾ ਕੀ ਹੈ ਕਿ ਜੀ ਮਾਈ ਬਾਪ ਬਖਸ਼ ਦਿਓ ਜੀ, ਮੈਂ ਕੋਈ ਕੰਮ ਨਹੀਂ ਮਾੜਾ ਕਰਦਾ। ਅੱਛਾ,
ਜਿਹੜਾ ਕੰਮ ਤੁਹਾਨੂੰ ਚੁਭੇ ਬਿਲਕੁਲ ਨਹੀਂ ਕਰਦਾ, ਬਿਲਕੁਲ ਹੀ ਨਹੀਂ ਕਰਦਾ। ਅੱਛਾ, ਮੈਨੂੰ ਤੁਸੀਂ ਕੱਢ ਦਿਓ ਬਾਹਰ ਤੇ ਮੈਂ ਤੁਹਾਡੀ ਚਾਕਰੀ ਕਰਨ ਨੂੰ ਤਿਆਰ ਹਾਂ, ਮੈਂ ਐਨ ਤੁਹਾਡਾ ਓਬੀਡੈਂਟ ਵਫਾਦਾਰ ਫਾਲਤੂ ਬੰਦੇ ਦੀ ਤਰ੍ਹਾਂ ਮੈਂ ਤੁਹਾਨੂੰ ਕੰਮ ਕਰੂੰਗਾ ਤੇ ਮੈਨੂੰ ਛੱਡ ਦਿਓ। ਅੱਛਾ ਜੀ। ਕਹਿੰਦੇ ਜੀ ਫਿਰ ਉਹਨੂੰ ਛੱਡਿਆ ਵੀ, ਹਾਂ ਕੱਲਾ ਛੱਡਿਆ ਨਹੀਂ ਜੀ, ਉਹਨੂੰ ਕਹਿੰਦੇ ਪੈਨਸ਼ਨ ਵੀ ਲਾਤੀ। ਪੈਨਸ਼ਨ ਕਿੰਨੀ ਲਾਤੀ ਜੀ? ਪਹਿਲਾਂ 50 ਰੁਪਏ। ਅੱਛਾ ਜੀ। ਦਾਨੇ ਵਾਲੀਆ ਸਾਹਿਬ ਹੁਣ ਉਹ ਲਾ ਲਓ 50 ਦੇਖ ਲਓ, 23 24 ਚ 50 ਦੇ 50 ਰੁਪਏ ਕਿੱਡੇ ਸੀ? ਠੀਕ ਹੈ, ਤਨਖਾਹ ਸਮਝ ਲਓ ਵੀ ਆਹ ਮੈਨੂੰ ਤਾਂ ਲੱਗਦਾ 65 66 ਤੱਕ 50 ਰੁਪਏ ਥਾਣੇਦਾਰ ਦੀ ਤਨਖਾਹ ਹੁੰਦੀ ਸੀ। ਮੈਨੂੰ ਇਹ ਪਤਾ ਹੈ 1977 78 ਦੇ ਵਿੱਚ ਜੀ ਕਲੈਰੀਕਲ ਸਟਾਫ ਦੀ ਜਿਹੜੀ ਤਨਖਾਹ 90 ਰੁਪਏ ਹੁੰਦੀ ਸੀ। ਮੈਂ ਤਾਂ ਫਿਰ 65 66 ਚ ਤੁਹਾਨੂੰ ਥਾਣੇਦਾਰ ਦੀ ਦੱਸਦੀ। ਫਿਰ ਤੁਸੀਂ ਥਾਣੇਦਾਰ ਦੀ ਫਿਰ ਹੋਊਗੀ ਨਾ, ਕਲੈਰੀਕਲ ਸਟਾਫ ਦੀ ਹੁੰਦੀ ਸੀ ਤੇ ਅੱਜ ਕਲੈਰੀਕਲ ਸਟਾਫ ਦੀ ਜਿਹੜਾ ਚੌਥਾ ਮੇਰਾ ਖਿਆਲ ਕਨਸਟੇਬਲ ਜਿਹੜਾ ਕਲੈਰੀਕਲ ਸਟਾਫ ਦੇ ਬਰਾਬਰ ਆਉਂਦੀ ਹੈ। ਕਨਸਟੇਬਲ ਦੀ ਤਨਖਾਹ ਮੇਰਾ ਖਿਆਲ ਘੱਟੋ ਘੱਟ 35 40 ਹਜ਼ਾਰ ਹੈ ਜੀ। 1000 ਰੁਪਏ ਦਾ ਰੋਜ਼ ਦੀ ਹੈਗੀ ਹੈ ਨਾ, ਤੇ ਉਹਦਾ ਤੇ ਅੱਜ ਦਾ ਤੁਸੀਂ ਹਿਸਾਬ ਲਾ ਲਓ ਕਿੰਨੀ ਹੈ। ਤੇ ਪਹਿਲਾਂ 50 ਰੁਪਏ ਸੀ, ਫਿਰ ਉਹਦੇ ਚ ਵਾਧਾ ਵੀ ਕਰਤਾ ਸੀ ਜੀ, 60 ਰੁਪਏ ਵੀ ਕਰਤਾ ਜੀ ਜੀ। ਉਹ ਕਹਿੰਦਾ ਵੀ ਆ ਦਵਿੰਦਰ ਫੜਨਵੀਸ ਨੂੰ ਜੇ ਕਹਿੰਦਾ ਭਾਈ ਮੈਂ ਤੁਹਾਨੂੰ ਪੜ੍ਹ ਕੇ ਸੁਣਾਤਾ ਜੀ, ਦਵਿੰਦਰ ਫੜਨਵੀਸ ਨੇ ਪੜ੍ਹਨਾ ਹੈ ਤਾਂ ਆ ਲਓ, ਕਹਿੰਦਾ ਮੈਂ ਘੇਰਾ ਲਾਤਾ ਇਹਦੇ ਚ, ਮੈਂ ਕਲਰ ਵੀ ਭਰਤਾ ਵੀ ਇਹਨੂੰ ਪੜ੍ਹ ਲਓ ਜੀ ਤੁਸੀਂ ਇਹ ਗੱਲ। ਲਓ ਜੀ ਉਹਨੇ ਆਪਦੀ ਗੱਲ ਕਹਿਤੀ। ਕਹਿਣ ਤੋਂ ਬਾਅਦ ਉਹ ਕਹਿੰਦਾ ਵੀ ਗੱਲ ਇਹ ਵੀ ਉਹਨਾਂ ਦੀ ਵਿਚਾਰਧਾਰਾ, ਉਹ ਕਿਹੋ ਜਿਹੀ ਵਿਚਾਰਧਾਰਾ ਦੇ ਲੋਕ ਆ ਭਾਰਤੀ ਜਨਤਾ ਪਾਰਟੀ ਵਾਲੇ, ਮੈਂ ਕਿਹੋ ਜਿਹੀ ਵਿਚਾਰਧਾਰਾ ਦਾ। ਅਗਲੀ ਗੱਲ ਉਹਨੇ ਬਹੁਤ ਵੱਡੀ ਗੱਲ ਕਰੀ ਹੈ ਜੀ। ਉਹ ਕਹਿੰਦਾ ਮਿੱਤਰੋ ਗੱਲ ਇਹ ਹੈ, ਨਾ ਤਾਂ ਕਿਸੇ ਨੂੰ ਨਫ਼ਰਤ ਕਰੋ ਤੇ ਨਾ ਕਿਸੇ ਤੋਂ ਡਰੋ। ਜਿਹੜੇ ਬੰਦੇ ਨਫ਼ਰਤ ਕਰਦੇ ਹੈ ਤੇ ਜਿਹੜੇ ਬੰਦੇ ਡਰਦੇ ਹੈ ਉਹ ਸਿਰੇ ਦੇ ਕੈਰ ਹੁੰਦੇ ਹੈ ਜੀ। ਤੇ ਕੈਰਪੁਣਾ ਜਿਹੜਾ ਨਾ ਤੁਹਾਨੂੰ ਕਹਿੰਦਾ ਫਿਰ ਉਹ ਅਗਾਂਹ ਨਹੀਂ ਤੁਰਨ ਦਿੰਦਾ ਕਿ ਕੋਈ ਵੱਧ ਤੋਂ ਵੱਧ ਬੰਦਾ ਮਾਰੀ ਜਾਊਗਾ। ਹਾਂ ਬਿਲਕੁਲ ਠੀਕ ਹੈ ਨਾ। ਹੁਣ ਆਪਣੇ ਪੰਜਾਬ ਦੇ ਵਿੱਚ ਵੀ ਗੱਲ ਚੱਲਦੀ ਹੈ ਨਾ, ਜਦੋਂ ਅਮਰਤਪਾਲ ਕਹਿੰਦਾ ਵੀ ਕਹਿੰਦਾ ਮਰ ਤਾਂ ਹਰੇਕ ਨੇ ਜਾਣਾ ਹੀ ਹੈ, ਤੇ ਜੇ ਕਹਿੰਦਾ ਵੀ ਕੋਈ ਕਰਕੇ ਮਰੋਗੇ ਤਾਂ ਚੰਗੀ ਗੱਲ ਹੈ ਕਿ ਰੋਟੀਆਂ ਖਾ ਕੇ ਮਰਨਾ। ਉਹ ਇਹ ਉਹੀ ਗੱਲ ਰਾਹੁਲ ਗਾਂਧੀ ਨੇ ਵੀ ਕਹੀ, ਉਹ ਕਹਿੰਦਾ ਵੀ ਗੱਲ ਹੈ ਵੀ ਡਰੋ ਨਾ ਤੇ ਕਿਸੇ ਨੂੰ ਨਫ਼ਰਤ ਨਾ ਕਰੋ। ਅਸੀਂ ਤਾਂ ਨਫ਼ਰਤ ਦੇ ਖਿਲਾਫ ਖੜੇ ਹਾਂ ਜੀ। ਮੈਂ ਨਫ਼ਰਤ ਦੇ ਖਿਲਾਫ ਖੜੋਤਾ ਤੇ ਮੈਂ ਉਸ ਵਿਚਾਰਧਾਰਾ ਦਾ ਮੁਦਈ ਹਾਂ ਜਿਹੜੀ ਵਿਚਾਰਧਾਰਾ ਸਾਨੂੰ ਗਾਂਧੀ ਨਹਿਰੂ ਹੋਰਾਂ ਨੇ ਦਿੱਤੀ ਹੈ, ਤੇ ਉਹ ਵਿਚਾਰਧਾਰਾ ਆਏ ਜੀ। ਦੂਜੇ ਪਾਸੇ ਵਿਚਾਰਧਾਰਾ ਉਹ ਜਿਹੜੇ ਕਹਿੰਦੇ ਜੀ ਸਾਨੂੰ ਅੰਦਰੋਂ ਬਾਹਰ ਕੱਢ ਦਿਓ ਤੇ ਚਾਕਰੀ ਕਰ ਲਾਂਗੇ। ਤੇ ਫਿਰ ਬਾਅਦ ਦੀ ਗੱਲ ਕਹਿੰਦਾ ਵੀ ਤੁਸੀਂ ਫਿਰ ਬਾਅਦ ਵਿੱਚ ਦੇਖੋ, ਉਸ ਤੋਂ ਬਾਅਦ ਸਾਬਰਕਰ ਦੇ ਬਾਹਰ ਆਉਣ ਤੋਂ ਬਾਅਦ ਜੀ ਕਿੰਨੀਆਂ ਲਹਿਰਾਂ ਚੱਲੀਆਂ। ਕੁਇਟ ਇੰਡੀਆ ਮੂਵਮੈਂਟ ਵੀ ਚੱਲੀ, ਬਹੁਤ ਕੁਝ ਚੱਲਿਆ। ਠੀਕ ਹੈ, ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਫਿਰ ਭਾਰਤ ਛੱਡੋ ਅੰਦੋਲਨ ਹੋ ਗਿਆ। ਫਿਰ ਜਿਹੜਾ ਹੈਗਾ ਸੀ ਤੁਹਾਡਾ ਜਿਹੜਾ ਜਦੋਂ ਅੰਗਰੇਜ਼ਾਂ ਨੇ ਭਰਤੀ ਕੀਤੀ ਹੈ ਫੌਜ ਵਾਸਤੇ ਜੀ, ਉਦੋਂ ਕਾਂਗਰਸ ਪਾਰਟੀ ਤੇ ਬਾਕੀ ਦੇਸ਼ ਭਗਤ ਪਾਰਟੀਆਂ ਕਹਿੰਦੀਆਂ ਸੀ ਕਿ ਜੀ ਸਾਨੂੰ ਫੌਜ ਦੇ ਵਿੱਚ ਭਰਤੀ ਨਹੀਂ ਹੋਣੀ ਚਾਹੀਦਾ, ਅਸੀਂ ਅੰਗਰੇਜ਼ਾਂ ਦੀ ਖਾਤਰ ਜਾ ਕੇ ਕਿਉਂ ਲੜੀਏ, ਸੈਕੰਡ ਵਰਲਡ ਵਾਰ ਜਾਂ ਫਸਟ ਵਰਲਡ ਵਾਰ ਸਾਨੂੰ ਨਹੀਂ ਚਾਹੀਦਾ ਜੀ। ਕਹਿੰਦੇ ਜੀ ਸਾਬਰਕਰ ਹੋਰਾਂ ਨੇ ਤਾਂ ਫਿਰ ਉਸ ਵੇਲੇ ਬੰਦੇ ਭਰਤੀ ਕਰਵਾਏ ਸੀ ਵੀ ਤੁਸੀਂ ਭਰਤੀ ਹੋਵੋ। ਇਸ ਕਰਕੇ ਸਾਡਾ ਤੇ ਇਹਨਾਂ ਦਾ ਫਰਕ ਇਹ ਹੈ। ਲਓ ਜੀ ਉਹਦਾ ਹੁਣ ਪ੍ਰਤੀਕਰਮ ਵੀ ਹੋ ਗਿਆ। ਪ੍ਰਤੀਕਰਮ ਇਹ ਹੋ ਗਿਆ ਕਿ ਰਾਹੁਲ ਗਾਂਧੀ ਦੇ ਖਿਲਾਫ FIR ਦਰਜ ਹੋ ਗਈ। ਅੱਛਾ ਜੀ, ਕਰਤੀ ਜੀ ਮਹਾਰਾਸ਼ਟਰ ਚ। ਹਾਂ, ਉਹ ਕਹਿੰਦੇ ਜੀ ਇੱਕ ਤਾਂ ਇਹਨੇ ਝੂਠ ਬੋਲਿਆ, ਉਹ ਤਾਂ ਜੀ ਚਿੱਠੀਆਂ ਜਿਹੜੀਆਂ ਆਰਕਾਈਵ ਚ ਪਈਆਂ, ਨੈਸ਼ਨਲ ਆਰਕਾਈਵ ਚ ਪਈਆਂ 6 ਚਿੱਠੀਆਂ ਪਈਆਂ। ਉਹ ਤਾਂ ਫਿਰ ਕੱਢਣ ਇਹ ਗਾਇਬ ਕਰਨਗੇ ਫਿਰ ਉਸ ਨੂੰ, ਤਾਂ ਮੇਰਾ ਖਿਆਲ ਕਰ ਸਕਦੇ ਉਹ ਖਰੇ ਉਹਦੀਆਂ ਕਾਪੀਆਂ ਬਹੁਤ ਫਿਰਦੀਆਂ। ਉਹ ਤੁਹਾਡੇ ਵੀ WhatsApp ਤੇ ਆ ਗਈ ਹੋਣੀ ਕਾਪੀ। ਨਹੀਂ ਆਏ ਤਾਂ ਔਨ ਰਿਕਾਰਡ ਪਈਆਂ। ਹਾਂਜੀ ਉਹ ਨੈਸ਼ਨਲ ਆਰਕਾਈਵ ਤਾਂ ਔਨ ਰਿਕਾਰਡ ਆ ਨਾ। ਅੱਛਾ, ਉਹ ਹੋ ਗਈਆਂ। ਤੇ ਇੱਕ ਉਹਨਾਂ ਦੇ ਖਿਲਾਫ ਕਹਿੰਦੇ ਜੀ ਫਿਰ ਇਹ ਡਿਮਾਂਡ ਵੀ ਚੱਲ ਪਈ, ਏਕਨਾਥ ਸ਼ਿੰਦੇ ਦੀ ਪਾਰਟੀ ਨੇ ਕੇਸ ਰਜਿਸਟਰ ਕਰਾਇਆ, ਜਿਹੜਾ ਉਧਵ ਠਾਕਰੇ ਨੂੰ ਛੱਡ ਕੇ ਜਿਹੜਾ ਹੁਣ ਉੱਥੇ ਮੁੱਖ ਮੰਤਰੀ ਬਣਿਆ BJP ਦੀ ਮਦਦ ਨਾਲ। ਉਹ ਨਵਾਂ ਮੁਸਲਮਾਨ ਅੱਲਾ ਬਾਲਾ ਕਰਦਾ ਹੁੰਦਾ ਨਾ, ਉਹ ਕਹਿੰਦਾ ਵੀ ਆ ਲਓ ਜੋ ਇਹ ਕਰਵਾਤਾ। ਅਗਲੀ ਗੱਲ ਜਿਹੜੀ ਉਸ ਪਾਰਟੀ ਵਾਲੇ ਨੇ ਇਹ ਮੰਗ ਕਰ ਲਈ, ਕਹਿੰਦੇ ਜੀ ਹੁਣ ਰਾਹੁਲ ਗਾਂਧੀ ਨੂੰ ਗ੍ਰਿਫਤਾਰ ਵੀ ਕਰ ਲਓ। ਅੱਛਾ ਜੀ। ਤੇ ਹੁਣ ਸਵਾਲ ਵੱਡਾ ਇਹ ਹੈ ਕਿ ਕੇਸ ਰਜਿਸਟਰ ਕਰ ਲਿਆ, ਰਾਹੁਲ ਗਾਂਧੀ ਜ਼ਮਾਨਤ ਕਰਾਊਗਾ? ਮੇਰਾ ਨਹੀਂ ਖਿਆਲ ਉਹ ਕਰਾਊਗਾ, ਨਹੀਂ ਕਰਾਉਂਦਾ। ਤੇ ਜੇ ਉਹਨੂੰ ਗ੍ਰਿਫਤਾਰ ਕਰਦੇ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਇਹ ਨੈਗੇਟਿਵ ਕਿੱਧਰ ਨੂੰ ਜਾਊਗਾ ਤੇ ਪੋਜ਼ਿਟਿਵ ਕਿੱਧਰ ਨੂੰ ਜਾਊਗਾ, ਇਹਦਾ ਸਮਾਂ ਦੱਸੂਗਾ। ਹੁਣ ਬਹੁਤ ਸਾਰੇ ਵਿਦਵਾਨਾਂ ਦਾ ਦਾਨੇਵਾਲੀਆ ਸਾਹਿਬ ਇਹ ਕਹਿਣਾ ਹੈ, ਉਹ ਕਹਿੰਦੇ ਵੀ ਇਸ ਮੌਕੇ ਦੇ ਉੱਤੇ ਜਦੋਂ ਉਹ ਨਫ਼ਰਤ ਦੀ ਗੱਲ ਕਰਦਾ, ਪਿਆਰ ਦੀ ਗੱਲ ਕਰਦਾ, ਡਿਵੈਲਪਮੈਂਟ ਦੀ ਗੱਲ ਕਰਦਾ ਹੈ, ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾਈ ਜਾ ਰਹੀ ਹੈ ਉਹਦੀ ਗੱਲ ਕਰਦਾ ਹੈ ਜੀ। ਤੇ ਕਹਿੰਦੇ ਉਹਨੂੰ ਇਹ ਵਿਵਾਦਗ੍ਰਸਤ ਬਿਆਨ ਦੇਣਾ ਨਹੀਂ ਚਾਹੀਦਾ ਜੀ। ਬਿਲਕੁਲ, ਉਹ ਕਹਿੰਦੇ ਵਿਵਾਦਗ੍ਰਸਤ ਬਿਆਨ ਦੇ ਕੇ ਤਾਂ ਉਹ BJP ਨੂੰ ਤਕੜਾ ਕਰਦਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਹਨੂੰ ਵਿਵਾਦਗ੍ਰਸਤ ਉਹ ਬਿਆਨ ਨਾ ਦੇਊਗਾ ਤਾਂ ਫਿਰ ਪੋਲੀਟੀਕਲ ਬੰਦੇ ਹੋਰ ਕਰਨਗੇ ਕੀ। ਬਿਲਕੁਲ, ਵਿਚਾਰਧਾਰਕ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਆਪਾਂ ਕ੍ਰਿਟਿਕ ਰਹੇ ਹਾਂ। ਤੁਸੀਂ ਯਾਦ ਕਰੋ 2017 ਦੀਆਂ ਚੋਣਾਂ ਵੇਲੇ
ਜਦੋਂ ਰਾਹੁਲ ਗਾਂਧੀ ਉੱਥੇ ਕੰਪੇਨ ਕਰਦਾ ਸੀ, ਵੱਖ-ਵੱਖ ਮੰਦਰਾਂ 'ਚ ਜਾਂਦਾ ਸੀ, ਆਪਾਂ ਉਹਨੂੰ ਕ੍ਰਿਟੀਸਾਈਜ਼ ਕਰਦੇ ਸੀ, ਕੀਤਾ ਆਪਾਂ ਵੀ ਇਹ ਵੀ ਇਹਨਾਂ ਕੰਮਾਂ ਤੇ ਆ ਗਿਆ। ਜਦੋਂ ਉਹਨੇ ਇੱਕ ਜਨੇਊ ਪਾ ਲਿਆ ਸੀ, ਆਪਾਂ ਉਦੋਂ ਵੀ ਕ੍ਰਿਟੀਸਾਈਜ਼ ਕੀਤਾ ਕਿ ਜਿਹੜੀ ਹੈਗੀ ਹੈ ਲਿਬਰਲ ਹਿੰਦੂਇਜ਼ਮ ਦੇ ਨਾਲ, ਨਰਮ ਗੋਸ਼ੇ ਦੇ ਹਿੰਦੂਤਵ ਦੇ ਨਾਲ ਤੁਸੀਂ ਗਰਮ ਗੋਸ਼ੇ ਵਾਲੇ ਹਿੰਦੂਤਵ ਦਾ ਮੁਕਾਬਲਾ ਨਹੀਂ ਕਰ ਸਕਦੇ। ਜੀ ਤੇਰੀ ਜਿਹੜੀ ਵਿਚਾਰਧਾਰਾ, ਨਹਿਰੂ ਗਾਂਧੀ ਹੋਰਾਂ ਦੀ ਵਿਚਾਰਧਾਰਾ, ਉਹ ਸੈਕੂਲਰਿਜ਼ਮ ਦੀ ਹੈ। ਤੂੰ ਸੈਕੂਲਰਿਜ਼ਮ ਦੇ ਉੱਤੇ ਕਿਉਂ ਨਹੀਂ ਖੜਦਾ? ਜੇ 5 ਸਾਲਾਂ ਬਾਅਦ ਬੰਦਾ ਅੱਜ ਸੈਕੂਲਰਿਜ਼ਮ ਦੇ ਉੱਤੇ ਡਟ ਕੇ ਖੜੋਤਾ ਹੈ ਜੀ, ਔਰ ਮਹਾਰਾਸ਼ਟਰ ਦੇ ਵਿੱਚ ਜਾ ਕੇ ਜਿੱਥੋਂ ਦੇ ਸਾਬਰਕਰ ਸਾਹਿਬ ਸੀਗੇ ਉੱਥੇ ਜਾ ਕੇ ਠੋਕ ਕੇ ਗੱਲ ਕਰਦਾ ਹੈ, ਤਾਂ ਫਿਰ ਉਹਦੇ ਵਿੱਚ ਗਲਤ ਵੀ ਕੀ ਹੈ ਜੀ? ਹੁਣ ਇਹਦੇ 'ਚ ਅਗਲੀ ਗੱਲ ਕਰੋ। ਅਗਲੀ ਗੱਲ ਇਹ ਹੈ ਕਿ ਮਹਾਤਮਾ ਗਾਂਧੀ ਦਾ ਕਤਲ ਕਿਹਨੇ ਕੀਤਾ ਸੀ? ਉਹ ਤਾਂ ਇਹਨਾਂ ਨੇ ਕੀਤਾ, ਨੱਥੂਰਾਮ ਗੌਡਸੇ ਨੇ ਕੀਤਾ। ਨੱਥੂਰਾਮ ਗੌਡਸੇ RSS ਦਾ ਮੈਂਬਰ ਸੀ ਔਰ ਖੁਦ ਮੁਕੱਦਮਾ ਜਿਹੜਾ ਹੈਗਾ ਸਾਬਰਕਰ ਤੇ ਵੀ ਚੱਲਿਆ ਸੀ ਜੀ। ਸਾਬਰਕਰ ਭਾਵੇਂ ਬਰੀ ਹੋ ਗਿਆ ਸੀ, ਲੇਕਿਨ ਉਹਦੇ ਖਿਲਾਫ ਭਾਰਤ ਸਰਕਾਰ ਨੇ ਅਪੀਲ ਨਹੀਂ ਸੀ ਦਾਇਰ ਕੀਤੀ ਜੀ। ਉਹਨਾਂ ਨੇ ਅਪੀਲ ਨਹੀਂ ਸੀ ਦਾਇਰ ਕੀਤੀ ਜੀ। ਉਹ ਅਪੀਲ ਨਾ ਦਾਇਰ ਕਰਕੇ ਉਹ ਪਤਾ ਨਹੀਂ ਕੀ ਕੁਛ ਹੁੰਦਾ ਹੈ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ, ਮੇਰੇ ਖਿਆਲ ਮੁਤਾਬਕ ਹੈ ਵਿਚਾਰਧਾਰਕ ਪਕਿਆਈ ਜਿੰਨੀ ਦੇਰ ਬੰਦੇ 'ਚ ਨਾ ਹੋਵੇ ਉਨੀ ਦੇਰ ਉਹ ਬੰਦਾ ਅੱਗੇ ਨਹੀਂ ਚੱਲ ਸਕਦਾ। ਉਹਨੇ ਆਪਣੀ ਵਿਚਾਰਧਾਰਕ ਪ੍ਰਗਟਾਵੇ ਦਾ ਜਿਹੜਾ ਆਪਣਾ ਪ੍ਰਗਟਾਵਾ ਕੀਤਾ ਹੈ, ਇਹਦਾ ਉਹਨੇ ਮਤਲਬ ਮੇਰੇ ਖਿਆਲ ਮੁਤਾਬਕ ਇੱਕ ਸਹੀ ਤਰੀਕੇ ਨਾਲ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਮੇਰੀ ਇਹਦੇ ਬਾਰੇ ਅਪਰੋਚ ਕੀ ਹੈ। ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਣ ਕਮਿਸ਼ਨਰਾਂ ਦੇ ਨਿਯੁਕਤੀ ਬਾਰੇ। ਕਹਿੰਦੇ ਕਿਹੜੇ ਮਾਪਦੰਡ ਅਪਣਾਏ ਜਾਂਦੇ ਆ, ਇਹ ਕਿਹਨੇ ਪੁੱਛਿਆ ਜੀ? ਇਹ ਕੋਈ ਚੀਜ਼ ਪੁੱਛ ਸਕਦੀ, ਇਹਨੂੰ ਭਾਰਤ ਸਰਕਾਰ ਨੂੰ ਸਵਾਲ ਹੈ ਤੇ ਭਾਰਤ ਸਰਕਾਰ ਨੂੰ ਤੁਸੀਂ ਮੈਂ ਤਾਂ ਪੁੱਛ ਨਹੀਂ ਸਕਦੇ ਵੀ ਦੱਸੋ ਜੀ ਕੀ ਹੈ ਜੀ। ਇੱਕੋ ਇੱਕ ਹੈ ਜੁਡੀਸ਼ਰੀ। ਤੇ ਜੁਡੀਸ਼ਰੀ ਦੀ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਭਾਰਤ ਦੀ, ਉਹਦਾ ਨਾਂ ਹੈਗਾ ਸੁਪਰੀਮ ਕੋਰਟ ਜੀ। ਸੁਪਰੀਮ ਕੋਰਟ ਨੇ ਇਹ ਸਵਾਲ ਖੜਾ ਕੀਤਾ ਹੈ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਸੁਪਰੀਮ ਕੋਰਟ ਨੇ ਸਵਾਲ ਖੜਾ ਕਿਉਂ ਕੀਤਾ ਜੀ? ਅਸਲ ਦੇ ਵਿੱਚ ਸੁਪਰੀਮ ਕੋਰਟ ਤੇ ਭਾਰਤ ਸਰਕਾਰ ਦੇ ਵਿੱਚ ਕੁਝ ਮਾਮਲਿਆਂ ਨੂੰ ਲੈ ਕੇ ਮਤਭੇਦ ਪੈਦਾ ਹੋਏ ਜੀ। ਖਾਸ ਕਰਕੇ ਮਤਭੇਦ ਉਦੋਂ ਪੈਦਾ ਹੋਏ ਹੈ ਜਦੋਂ ਕੋਲੋਜੀਅਮ ਸਿਸਟਮ ਦੇ ਨਾਲ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਜੱਜਾਂ ਨੂੰ ਭਰਤੀ ਕਰਨ ਵਾਸਤੇ, ਚਾਹੇ ਸੁਪਰੀਮ ਕੋਰਟ ਦੇ ਜੱਜ ਬਣਾਉਣੇ, ਚਾਹੇ ਹਾਈ ਕੋਰਟਾਂ ਦੇ ਜੱਜ ਬਣਾਉਣੇ, ਕਿਉਂਕਿ ਕੁਝ ਜੱਜ ਤਾਂ ਹੁੰਦੇ ਆ ਜਿਹੜੇ ਹਾਈ ਕੋਰਟਾਂ 'ਚੋਂ ਪ੍ਰਮੋਟ ਕਰਨੇ ਹੁੰਦੇ ਆ, ਲੇਕਿਨ ਪ੍ਰਮੋਟ ਕਿਹਨੂੰ ਕੀਤਾ ਜਾਵੇ ਇਹਦੇ ਵਾਸਤੇ ਵੀ ਕੋਲੋਜੀਅਮ ਦੀ ਸਿਫਾਰਿਸ਼ ਹੁੰਦੀ ਹੈ ਜੀ। ਤੇ ਨਾਲ ਹੀ ਜਿਹੜੇ ਸਿੱਧੇ ਡਾਇਰੈਕਟ ਭਰਤੀ ਕਰਨੇ ਉਹਦੀ ਵੀ ਹੁੰਦੀ ਹੈ ਜੀ। ਜਿੱਥੋਂ ਤੱਕ ਸਟੇਟਾਂ ਵਾਲੀ ਗੱਲ ਹੈ, ਸਟੇਟਾਂ ਦੇ ਵਿੱਚ ਹਾਈ ਕੋਰਟਾਂ ਦੇ ਵਿੱਚੋਂ ਸਟੇਟ ਗੌਰਮੈਂਟਾਂ ਤੇ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਉਹ ਭਰਤੀ ਕਰਦੀਆਂ, ਸਟੇਟ ਗੌਰਮੈਂਟ ਤੋਂ ਉਹਦੇ 'ਚ ਉਹਨਾਂ ਮਦਦ ਲੈਂਦੀਆਂ, ਵੈਰੀਫਿਕੇਸ਼ਨ ਵਗੈਰਾ ਕਰਵਾਉਂਦੀਆਂ। ਔਰ ਇਹ ਫਿਰ ਜਦੋਂ ਸੁਪਰੀਮ ਕੋਰਟ ਕੋਲ ਚਲੇ ਜਾਂ ਆਪਣੀ ਭਾਰਤ ਸਰਕਾਰ ਕੋਲ ਚਲਾ ਜਾਂਦੀ ਹੈ ਤੇ ਭਾਰਤ ਸਰਕਾਰ ਉਹਦੀ ਆਪਣੇ ਪੱਧਰ ਤੇ ਵੀ ਪੜਤਾਲ ਕਰਵਾਉਂਦੇ ਹੈ ਜੀ। ਇੰਟੈਲੀਜੈਂਸ ਬਿਊਰੋ ਤੋਂ ਪੜਤਾਲ ਕਰਾਉਂਦੇ ਕਿ ਬੰਦੇ ਦਾ ਰੈਪੂਟੇਸ਼ਨ ਕੀ ਹੈ। ਜੇ ਕਿਤੇ ਕੋਈ ਬੰਦਾ ਦਾਗੀ ਜਾਪਦਾ ਹੋਵੇ ਤਾਂ ਉਹਨੂੰ ਰੋਕ ਸਕਦੀ ਹੈ। ਲੇਕਿਨ ਜ਼ਿਆਦਾਤਰ ਮਾਮਲਿਆਂ 'ਚ ਆਪਾਂ ਦੇਖਿਆ ਤਾਂ ਭਾਰਤ ਸਰਕਾਰ ਜੱਜਾਂ ਦੀਆਂ ਨਿਯੁਕਤੀਆਂ ਨੂੰ ਜਿੱਡੀ ਤੇਜ਼ੀ ਨਾਲ ਪ੍ਰਵਾਨਗੀ ਦੇਣੀ ਹੈ ਉਹ ਨਹੀਂ ਦਿੰਦੀ ਜੀ। ਉਹਦੇ ਵਿੱਚ ਕਿਸੇ ਨਾ ਕਿਸੇ ਥਾਂ ਦੇ ਉੱਤੇ ਰੁਕਾਵਟ ਆ ਜਾਂਦੀ ਹੈ। ਤੁਸੀਂ ਯਾਦ ਕਰੋ ਜਦੋਂ TS ਠਾਕਰ ਸਾਹਿਬ ਜੀ, ਤੀਰਥ ਸਿੰਘ ਠਾਕਰ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਸੀ, ਇਹੀ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਸਾਹਿਬ, ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੋ ਗਏ ਜੀ। ਔਰ ਉਸ ਵੇਲੇ ਉਹਨਾਂ ਨੇ ਵਰਕ ਲੋਡ ਦਾ ਜ਼ਿਕਰ ਕੀਤਾ ਸੀ ਕਿ ਪੈਂਡੈਂਸੀ ਕਿੰਨੀ ਪਈ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਕੋਲ ਕੇਸ ਪਏ ਹੋਏ ਹੈ, ਜੱਜ ਸਾਡੇ ਕੋਲ ਲਗਾਤਾਰ ਰਿਟਾਇਰ ਹੋ ਰਹੇ ਹੈ, ਨਵੇਂ ਜੱਜਾਂ ਨੂੰ ਭਰਤੀ ਕਰਨ ਵਾਸਤੇ ਅਸੀਂ ਆਪਣੀਆਂ ਸਿਫਾਰਸ਼ਾਂ ਤੁਹਾਡੇ ਕੋਲ ਭੇਜ ਦਿੱਤੀਆਂ, ਪਰ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਜੀ। ਇਹ ਗੱਲ ਕਰਦਿਆਂ ਉਹ ਇੰਨੇ ਭਾਵੁਕ ਹੋ ਗਏ ਕਿ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਚੱਲ ਪਿਆ ਸੀ ਜੀ। ਚੀਫ ਜਸਟਿਸ ਦੀਆਂ ਅੱਖਾਂ 'ਚੋਂ ਪਾਣੀ ਚੱਲ ਪਿਆ ਸੀਗਾ। ਕਈ ਥਾਵਾਂ ਦੇ ਉੱਤੇ ਹੁੰਦੀ ਹੈ ਕਿ ਜਦ ਬੜੀ ਤੇਜ਼ੀ ਦੇ ਨਾਲ ਹੋ ਜਾਂਦੀ ਹੈ, ਕਈ ਥਾਵਾਂ ਦੇ ਉੱਤੇ ਹੁੰਦੀ ਹੈ ਕਿ ਬੰਦੇ ਡਿਜ਼ਰਵ ਕਰਦੇ ਹੁੰਦੇ ਹੈ। ਕਲੋਜ਼ੀ ਉਹ ਜਿਹੜੇ ਬੰਦੇ ਡਿਜ਼ਰਵ ਕਰਦੇ ਹੁੰਦੇ ਆ ਉਹਨਾਂ ਨੇ ਕਈ ਵਾਰੀ ਫੈਸਲੇ ਇਹੋ ਜਿਹੇ ਦਿੱਤੇ ਹੁੰਦੇ ਆ ਜਿਹੜੇ ਸਰਕਾਰਾਂ ਦੇ ਉਲਟ ਚੱਲਦੇ। ਤੁਹਾਡੇ ਯਾਦ ਹੋਣਾ ਜਿਸ ਜੱਜ ਸਾਹਿਬ ਨੇ ਅਮਿਤ ਸ਼ਾਹ ਨੂੰ ਕਰਤਾ ਸੀ, ਉਸ ਜੱਜ ਸਾਹਿਬ ਦੀ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸੁਪਰੀਮ ਕੋਰਟ ਦੇ ਜੱਜ ਬਣਨੀ ਸੀ, ਲੇਕਿਨ ਉਹਨਾਂ ਦੀ ਪ੍ਰਮੋਸ਼ਨ ਜਿਹੜੀ ਆ ਉਹ ਨਹੀਂ ਸੀ ਹੋਈ। ਜੇ ਉਹਨਾਂ ਦੀ ਪ੍ਰਮੋਸ਼ਨ ਹੋ ਜਾਂਦੀ ਉਹ ਸੁਪਰੀਮ ਕੋਰਟ ਦੇ ਜੱਜ ਬਣ ਜਾਂਦੇ ਤੇ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਵੀ ਬਣ ਜਾਣਾ, ਇੰਡੀਆ ਬਣਨਾ ਸੀ। ਉਸ ਜੱਜ ਸਾਹਿਬ ਨੂੰ ਮੇਰੇ ਹੁਣ ਨਾਮ ਉਹਨਾਂ ਦਾ ਸਲਿੱਪ ਹੋ ਗਿਆ ਦਿਮਾਗ ਦੇ ਵਿੱਚੋਂ, ਉਹਨਾਂ ਨੂੰ ਇਗਨੋਰ ਕਰਤਾ ਸੀ। ਉਦੋਂ ਆਪਾਂ ਕਹਿ ਸਕਦੇ ਕਿ ਕੋਲੋਜੀਅਮ ਪ੍ਰੈਸ਼ਰ ਥੱਲੇ ਹੈ ਜੀ। ਕੋਲੋਜੀਅਮ ਨੂੰ ਕਹਿਤਾ ਕਿ ਜੀ ਆਹ ਬੰਦੇ ਦਾ ਨਾਂ ਨਹੀਂ ਹੋਣਾ ਚਾਹੀਦਾ, ਨਹੀਂ ਕਈ ਜੱਜ ਹੈਗੇ ਆ ਜਿਨ੍ਹਾਂ ਦੇ ਨਾਂ ਨਹੀਂ ਹੈ, ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਕੋਲੋਜੀਅਮ ਵਾਲੇ ਜਿਹੜੇ ਨਾਂ ਭੇਜ ਦਿੰਦੇ ਹੈ ਉਹਨਾਂ ਨੂੰ ਜਿੰਨੀ ਛੇਤੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ ਜੀ। ਆ ਪਿੱਛੇ ਜੇ ਵੀ ਸੁਪਰੀਮ ਕੋਰਟ ਨੇ ਵੀ ਇਹਦੇ ਥੋੜਾ ਜਿਹਾ ਗਿਲਾ ਕੀਤਾ ਸੀ ਜੀ ਪ੍ਰਵਾਨਗੀ ਕਿਉਂ ਨਹੀਂ ਮਿਲਦੀ, ਪਰ ਜਿਹੜੇ ਸਾਡੇ ਕਾਨੂੰਨ ਮੰਤਰੀ ਹੈ
ਰਿਜੀਜੂ ਸਾਹਿਬ ਜੀ ਰਿਜੀਜੂ ਸਾਹਿਬ ਨੇ ਇਹਦੇ ਤੇ ਕਿਹਾ ਸੀ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਜਿਹੜੇ ਜੱਜ ਸਾਹਿਬਾਨ ਹੈ ਨਾ, ਕੋਲੋਜੀਅਮ ਸਿਸਟਮ ਠੀਕ ਨਹੀਂ ਜੀ। ਇੱਕ ਇਹਨਾਂ ਨੇ ਉਹ ਬਣਾਇਆ ਸੀ ਲਾ ਕਮਿਸ਼ਨ। ਲਾ ਕਮਿਸ਼ਨ ਦੇ ਜਰੀਏ ਕਹਿੰਦੇ ਜਿਹੜੀ ਹੈ ਨਾ ਜੀ, ਉਹ ਰਿਕਰੂਟਮੈਂਟ ਹੋਣੀ ਚਾਹੀਦੀ ਹੈ ਜੱਜਾਂ ਦੀ ਜੀ। ਔਰ ਜਿਹੜਾ ਲਾ ਕਮਿਸ਼ਨ ਹੈ ਜੀ, ਲਾ ਕਮਿਸ਼ਨ ਦੇ ਵਿੱਚ ਜੱਜਾਂ ਦੇ ਨਾਲ ਨਾਲ ਕੁਝ ਪ੍ਰਾਈਵੇਟ ਲੋਕ ਵੀ ਆ ਗਏ, ਬੁੱਧੀਜੀਵੀ ਕਹਿੰਦੇ ਜਿਨ੍ਹਾਂ ਨੂੰ, ਜਾਂ ਵਿਦਵਾਨ ਬੰਦੇ ਕਹਿੰਦੇ ਜੀ, ਤੇ ਨਾਲ ਜਿਹੜੀ ਹੈਗੇ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਆਉਣਾ ਸੀ। ਇਹਦਾ ਮਤਲਬ ਹੈ ਵੀ ਫਿਰ ਉਸ ਨਿਯੁਕਤੀ ਦੇ ਵਿੱਚ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੋ ਜਾਂਦੀ ਜੀ। ਬਿਲਕੁਲ। ਕੋਲੀਜੀਅਮ ਦਾ ਸਿਸਟਮ ਪਹਿਲਾਂ ਹਟ ਵੀ ਗਿਆ ਸੀ ਇੱਕ ਵਾਰੀ, ਪਰ ਫਿਰ ਮੁੜ ਕੇ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ ਸੀ ਤੇ ਉਹਨਾਂ ਨੇ ਕੋਲੀਜੀਅਮ ਸਿਸਟਮ ਫਿਰ ਬਹਾਲ ਕੀਤਾ ਸੀ ਕਿ ਗੱਲ ਠੀਕ ਹੈ ਜੀ। ਉਹਦੇ ਤੇ ਇਹਨਾਂ ਦੇ ਆਪਸੀ ਮਤਭੇਦ ਚੱਲਦੇ ਹੈ। ਤੇ ਕੱਲ ਫਿਰ ਮਾਨਯੋਗ ਸੁਪਰੀਮ ਕੋਰਟ ਨੇ 5 ਜੱਜਾਂ ਦਾ ਬੈਂਚ ਉਹ ਕਹਿੰਦੇ ਜੀ, ਪਹਿਲੀ ਗੱਲ ਤਾਂ ਐਂ ਦੱਸੋ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਜਾਂ ਜਿਹੜੇ ਇਲੈਕਸ਼ਨ ਕਮਿਸ਼ਨਰ ਹੈ, ਇਹਨਾਂ ਦੀ ਜਿਹੜੀ ਨਿਯੁਕਤੀ ਕਰਦੇ ਹੋ ਤੁਸੀਂ, ਉਹ ਨਿਯੁਕਤੀ ਕਿਹੜੇ ਤਰੀਕੇ ਨਾਲ ਕਰਦੇ ਹੋ ਜੀ? ਤੁਸੀਂ ਬੰਦੇ ਦੀ ਚੋਣ ਕਿਵੇਂ ਕਰਦੇ ਹੋ ਕਿ ਸਵਰਨ ਸਿੰਘ ਦਾਨੇਵਾਲੀਆ ਨੂੰ ਅਸੀਂ ਬਣਾਉਣਾ ਜੀ ਇਲੈਕਸ਼ਨ ਕਮਿਸ਼ਨ ਜਾਂ ਚੀਫ ਇਲੈਕਸ਼ਨ ਕਮਿਸ਼ਨਰ? ਇਹਦੇ ਵਾਸਤੇ ਮਾਪਦੰਡ ਦੱਸੋ ਕੀ? ਭਾਰਤ ਸਰਕਾਰ ਮਾਪਦੰਡ ਦੱਸਣ ਤੋਂ ਜਰਕਦੀ ਅੱਛਾ ਹੈ ਹੀ ਨਹੀਂ। ਉਹ ਆਦੇ ਜੀ ਮਾਪਦੰਡ ਦੱਸੋ। ਫਿਰ ਜੱਜ ਸਾਹਿਬਾਨ ਨੇ ਇਹ ਕਹਿਤਾ, ਇੱਕ ਜੱਜ ਸਾਹਿਬ ਨੇ ਉਹ ਕਹਿੰਦਾ ਅਦਾਲਤਾਂ ਤੇ ਤਾਂ ਬੜੀ ਟੀਕਾ ਟਿੱਪਣੀ ਕੀਤੀ ਜਾਂਦੀ ਹੈ ਕਿ ਤੁਸੀਂ ਕੋਲੋਜੀਅਮ ਸਿਸਟਮ ਦੇ ਰਾਹੀਂ ਜਿਹੜੀ ਹੈਗੀ ਤੁਹਾਡੀ ਪਾਰਦਰਸ਼ਤਾ ਹੈ ਨਹੀਂ ਗੀ ਤੁਹਾਡੇ 'ਚ, ਤੁਸੀਂ ਤਾਂ ਆਪਣੇ ਜਾਣ ਪਛਾਣ ਵਾਲੇ ਜੱਜਾਂ ਨੂੰ ਭਰਤੀ ਕਰ ਲੈਣੇ ਹੋ। ਉਹ ਕਹਿੰਦੇ ਅਸੀਂ ਅਸੀਂ ਜੱਜਾਂ ਦੀ ਸ਼ਨਾਖਤ ਕਰਦੇ ਹਾਂ, ਜੱਜਾਂ ਦਾ ਕੰਮ ਦੇਖਦੇ ਹਾਂ, ਜੱਜਾਂ ਦਾ ਰੈਪੂਟੇਸ਼ਨ ਦੇਖਦੇ ਹਾਂ, ਤੁਹਾਡੇ ਕੋਲ ਭੇਜਦੇ ਜੇ ਤੁਹਾਨੂੰ ਇਹ ਲੱਗਦੀ ਹੈ ਕਿ ਉਹ ਜੱਜ ਮਾੜੇ ਹੈ ਜੀ, ਤੇ ਤੁਸੀਂ ਸੀਬੀਆਈ ਆਪਣੀ ਇੰਟੈਲੀਜੈਂਸ ਬਿਊਰੋ ਤੋਂ ਉਹਦੀ ਪੜਤਾਲ ਕਰਵਾ ਲਓ। ਪੜਤਾਲ ਕਰਵਾ ਕੇ ਜਿਹੜਾ ਬੰਦਾ ਦਾਗੀ ਹੈ ਤੇ ਉਹਨੂੰ ਹਟਾ ਦਿਓ, ਉਦੋਂ ਨੂੰ ਨਾ ਨਿਯੁਕਤ ਕਰੋ। ਅਸੀਂ ਤਾਂ ਨਹੀਂ ਤੁਹਾਨੂੰ ਕਹਿੰਦੇ ਨਿਯੁਕਤ ਕਰੋ, ਤੁਹਾਡੇ ਕੋਲ ਤਾਂ ਰਾਈਟ ਹੈਗਾ ਜੀ। ਪਰ ਇੱਥੇ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਜਿਹਨੂੰ ਮਰਜ਼ੀ ਹੈ ਭਰਤੀ ਕਰ ਲਓ। ਪਹਿਲੀ ਗੱਲ ਤਾਂ ਉਹ ਕਹਿੰਦੇ ਜੀ 75 ਸਾਲਾਂ ਦੇ ਵਿੱਚ ਸਾਨੂੰ ਇਹ ਦੱਸੋ ਕਿ 75 ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਚੀਫ ਇਲੈਕਸ਼ਨ ਕਮਿਸ਼ਨਰ ਬਣਾਇਆ? ਦੱਸੋ। ਇਹ ਕਹਿੰਦੇ ਜੈਂਡਰ ਡਿਸਕ੍ਰਿਮੀਨੇਸ਼ਨ ਹੈ, ਲਿੰਗ ਦੇ ਆਧਾਰ ਦੇ ਉੱਤੇ ਵਿਤਕਰੇਬਾਜ਼ੀ ਹੈ ਜੀ। ਕਿ ਭਾਰਤ ਦੇ ਵਿੱਚ ਔਰਤਾਂ ਕਾਬਲ ਹੈਗੀਆਂ ਨੇ? ਭਾਰਤ ਦੇ ਵਿੱਚ ਜੇ ਆਪਾਂ ਦੇਖੀਏ, ਜੇ ਭਾਰਤ ਦੀ ਪ੍ਰਧਾਨ ਮੰਤਰੀ ਇੱਕ ਔਰਤ ਰਹਿ ਸਕਦੀ ਹੈ, ਔਰ ਉਹ ਔਰਤ ਜਿਸ ਔਰਤ ਨੇ ਉਹ ਕੁਝ ਕਰਕੇ ਦਿਖਾਤਾ ਜਿਹੜਾ ਮਰਦਾਂ ਨੇ ਨਹੀਂ ਦਿਖਾਇਆ ਜੀ। 1965 ਦੀ ਲੜਾਈ ਵੀ ਲੜੀ ਸੀ। 1965 ਦੀ ਲੜਾਈ ਦੇ ਵਿੱਚ ਭਾਵੇਂ ਆਪਾਂ ਕੁਝ ਹਾਸਲ ਕੀਤਾ ਸੀ, ਪਰ ਅਸੀਂ ਆਪਣਾ ਕਬਜ਼ਾ ਬਰਕਰਾਰ ਨਹੀਂ ਰੱਖ ਸਕੇ। 1962 ਦੀ ਲੜਾਈ ਆਪਾਂ ਬੁਰੀ ਤਰ੍ਹਾਂ ਹਾਰੇ ਆ। 1971 ਦੀ ਲੜਾਈ ਦੇ ਵਿੱਚ ਪਾਕਿਸਤਾਨ ਦੇ 2 ਟੁਕੜੇ ਕਰਤੇ ਸੀ। ਉਹ ਕੌਣ ਸੀ? ਦੇਸ਼ ਦੀ ਪ੍ਰਧਾਨ ਮੰਤਰੀ ਕੌਣ ਸੀ ਉਦੋਂ? ਇੰਦਰਾ ਗਾਂਧੀ ਸੀ, ਇੱਕ ਔਰਤ ਸੀ। ਜੇ ਅਸੀਂ ਦੇਖੀਏ ਕਿ ਦੇਸ਼ ਦੀ ਸੁਪਰੀਮ ਕੋਰਟ ਦੀਆਂ ਜੱਜ ਬੀਬੀਆਂ ਨਹੀਂ ਰਹੀਆਂ ਜੀ, ਬੀਬੀਆਂ ਰਹੀਆਂ। ਕੀ ਬੀਬੀਆਂ ਜਿਹੜੀਆਂ ਹੈਗੀਆਂ ਤੁਹਾਡੀਆਂ ਬਿਊਰੋਕਰੇਟ ਕੁਰਸੀਆਂ ਤੇ ਨੇ? ਇੱਥੇ ਆਪਣੇ ਪੰਜਾਬ ਦੇ ਵਿੱਚ ਚੀਫ ਸੈਕਟਰੀ 2 ਵਾਰੀ ਰਹਿ ਗਈਆਂ। ਬਿਨੀ ਮਹਾਜਨ ਵੀ ਚੀਫ ਸੈਕਟਰੀ ਰਹਿ ਗਈ ਹੈ, ਸਰਲਾ ਮਹੇਸ਼ਵਰੀ ਵੀ, ਸਰਲਾ ਗਰੇਵਾਲ ਵੀ ਰਹਿ ਗਈ। ਸਰਲਾ ਗਰੇਵਾਲ ਤਾਂ ਕੈਬਨਿਟ ਸੈਕਟਰੀ ਵੀ ਬਣ ਗਈ ਸੀ। ਭਾਰਤ ਸਰਕਾਰ ਦਾ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਕੈਬਨਿਟ ਸੈਕਟਰੀ ਦਾ। ਉਹ ਕਹਿੰਦੇ ਵੀ ਇਹ ਦੱਸੋ ਵੀ ਤੁਸੀਂ ਇੱਥੇ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੁੰਦੀ ਹੈ? ਫਿਰ ਜੱਜ ਸਾਹਿਬਾਨ ਕਹਿੰਦੇ ਵੀ ਜੇ ਆਪਦੀ ਮਰਜ਼ੀ ਨਾਲ ਹੀ ਤੁਸੀਂ ਲਾਉਣੇ ਹੋ ਜੀ, ਇਹਦਾ ਮਤਲਬ ਹੈ ਕਿ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ, ਸੰਵਿਧਾਨ ਦੇ ਨਿਰਮਾਤਾ ਨੇ ਸੰਵਿਧਾਨ ਜਦੋਂ ਬਣਾਇਆ ਸੀ, ਉਹਨਾਂ ਨੇ ਸੰਵਿਧਾਨ ਤਾਂ ਬਣਾਇਆ ਸੀ ਵੀ ਸੰਵਿਧਾਨ ਦੀ ਆਤਮਾ ਮੁਤਾਬਕ ਕੰਮ ਚੱਲੇ ਜੀ। ਪਰ ਸਾਨੂੰ ਤਾਂ ਇਹ ਲੱਗਦਾ ਵੀ ਤੁਸੀਂ ਸੰਵਿਧਾਨ ਦੀ ਆਤਮਾ ਨੂੰ ਝੰਜੋੜ ਕੇ ਸਿੱਟਤਾ। ਇਹ ਤਰੀਕਾਕਾਰ ਕੀ ਹੈ? ਇਹਦੇ ਤੇ ਜੀ ਫਿਰ ਸਾਡੇ ਜਿਹੜੇ ਅਟਾਰਨੀ ਜਨਰਲ ਹੈ ਉਹਨਾਂ ਨੇ ਆਪਣੀ ਗੱਲ ਥੋੜੀ ਜਿਹੀ ਗੱਲ ਕੀਤੀ। ਉਹਨਾਂ ਨੇ ਵੀ ਤਾਂ ਸਰਕਾਰ ਦੇ ਮੁਤਾਬਕ ਹੀ ਚੱਲਣਾ। ਹੁਣ ਅਗਲੀ ਜਿਹੜੀ ਇਹਦੇ ਤੇ ਜਿਹੜੀ ਹੈ ਚਰਚਾ ਹੋਣੀ ਹੈ ਜੀ, ਉਹ ਮੰਗਲਵਾਰ ਨੂੰ ਹੋਣੀ ਹੈ। ਅੱਛਾ ਜੀ। ਮੰਗਲਵਾਰ ਨੂੰ ਫੇਰ ਆਉਂਦਾ ਤੇ ਫਿਰ ਦੇਖਦੇ ਮੰਗਲਵਾਰ ਨੂੰ ਕੀ ਹੁੰਦਾ ਹੈ। ਪਰ ਸੁਪਰੀਮ ਕੋਰਟ ਨੇ, ਕਿਉਂਕਿ ਜਿਹੜੀ ਇਹ ਪਟੀਸ਼ਨ ਹੈ, ਇੱਕ ਪਟੀਸ਼ਨ ਨਹੀਂ ਜੀ, ਬਹੁਤ ਸਾਰੇ ਲੋਕਾਂ ਨੇ, ਤੁਹਾਡੇ ਵਰਗਿਆਂ ਨੇ, ਕਈਆਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸੀ। ਉਹਨਾਂ ਸਾਰੀਆਂ ਪਟੀਸ਼ਨਾਂ ਨੂੰ ਕਲੱਬ ਕਰਕੇ ਫਿਰ 5 ਮੈਂਬਰੀ ਬੈਂਚ ਬਣਿਆ ਹੋਇਆ। ਔਰ ਦਾਨੇਵਾਲੀਆ ਸਾਹਿਬ, ਇੱਕ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਜੀ ਕਿ ਰਮਣਾ ਸਾਹਿਬ ਤੋਂ ਬਾਅਦ ਜੂਜੂ ਲਲਿਤ ਸਾਹਿਬ ਵੀ ਆਏ ਸੀ। ਉਹ ਕੁਝ ਥੋੜੇ ਸਮੇਂ ਦੇ ਸੀ ਜੀ, ਲੇਕਿਨ ਡੀਵਾਈ ਚੰਦਰਾਚੂੜ ਹੈ ਨਾ ਜਿਹੜੇ ਚੀਫ ਜਸਟਿਸ ਬਣੇ ਆ, ਤੁਹਾਡੀ ਯਾਦ ਹੋਣਾ ਜਦੋਂ ਚੀਫ ਜਸਟਿਸ ਬਣੇ ਸੀ ਉਹਨਾਂ ਦੀ ਇੱਕ ਸਟੇਟਮੈਂਟ ਆਈ ਸੀ ਜੀ ਕਿ ਮੈਂ ਭਾਰਤ ਦੀ ਨਿਆਂਪਾਲਿਕਾ ਦੀ ਆਜ਼ਾਦ ਹਸਤੀ ਹੈ ਜਿਹੜੀ, ਤੇ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰੇ ਦੌਰ ਦੇ ਵਿੱਚ। ਉਹ ਤੇ ਜਿੱਦਣ ਦੇ ਉਹ ਬਣੇ ਹੈ ਉਦੋਂ ਦੇ, ਪਹਿਲੀ ਗੱਲ ਤਾਂ ਇਹ ਦੇਖੋ ਤੁਸੀਂ ਕਿ ਬੜਾ ਲੰਬਾ ਸਮਾਂ ਹੋ ਗਿਆ ਸੀ ਸੰਵਿਧਾਨਕ ਬੈਂਚ ਹੀ ਨਹੀਂ ਬਣੇ ਸੀ। ਹੁਣ 5 ਜੱਜਾਂ ਦੇ ਸੰਵਿਧਾਨਕ ਬੈਂਚ ਬਹਿੰਦੇ ਤੇ ਉਹ ਤੇਜ਼ੀ ਨਾਲ ਕੰਮ ਵੀ ਨਿਪਟਾ ਰਹੇ ਹੈ। ਤੇ ਲੱਗਦਾ ਹੈ ਵੀ ਸ਼ਾਇਦ ਜੁਡੀਸ਼ਰੀ ਜਿਹੜੀ ਹੈ ਸਾਡੀ, ਉਹ ਕੋਈ ਨਵੇਂ ਕੀਰਤੀਮਾਨ ਸਥਾਪਿਤ ਕਰੇ ਜੀ।
ਆਲ ਟਾਈਪਸ ਆਫ ਬੁੱਕ ਕੀਪਿੰਗ ਜੀ, ਪਰਸਨਲ ਟੈਕਸਿਸ ਐਂਡ ਪੇਰੋਲ ਟੈਕਸਿਸ ਜਾਂ ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣੀਆਂ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸੋਲ ਹੋਰਾਂ ਦੇ ਨਾਲ 253 520 8886 2535208886 ਦੇ ਉੱਤੇ ਕਾਲ ਕਰ ਲਓ। ਪੰਜਾਬੀ ਦੇ ਵਿੱਚ ਤੁਸੀਂ ਅਪਾਇੰਟਮੈਂਟ ਬਣਾ ਲਓ। ਬਿਲਕੁਲ ਤੁਸੀਂ ਕੈਂਟ ਵਾਸ਼ਿੰਗਟਨ 104 ਐਵੀਨਿਊ ਤੇ ਇਹਨਾਂ ਦੀ ਲੋਕੇਸ਼ਨ ਹੈ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੇ ਨੇ, ਬਹੁਤ ਵਧੀਆ ਬੋਨਸ ਵੀ ਦਿੰਦੇ ਨੇ। ਗੁਰਵਿੰਦਰ ਗਰੇਵਾਲ ਹੋਰਾਂ ਦੇ ਧਾਲੀਵਾਲ ਦੇ ਨਾਲ 206 354 40 60 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਹੁਣ ਢਿੱਲੋਂ ਸਾਹਿਬ ਪਿੱਛੇ ਜੇ ਅੱਗ ਲਾਉਣ ਦਾ ਚਰਚਾ ਜਿਹੜਾ ਹੈ ਪਰਾਲੀ ਨੂੰ ਬੜਾ ਤੂਲ ਫੜਿਆ ਹੋਇਆ ਤੇ ਆਪਣੇ ਖਹਿਰਾ ਸਾਹਿਬ ਜਿਹੜਾ ਨਾਂ ਛੱਡਦਾ ਖਹਿੜਾ ਉਹ ਹੁਣ ਭਗਵੰਤ ਮਾਨ ਦੇ ਪਿੰਡ ਪਹੁੰਚ ਗਿਆ ਤੇ ਉੱਥੋਂ ਜਾ ਕੇ ਲਾਈਵ ਹੋ ਕੇ ਕਹਿੰਦਾ ਵੀ ਭਗਵੰਤ ਸਿਆਂ ਤੂੰ ਵੀ ਫਿਰ ਲਾਲ ਲਕੀਰ ਮਰਵਾਏਗਾ ਆਪਦੀ ਫਰਦ ਦੇ ਵਿੱਚ। ਮੈਂ ਤਾਂ ਖਬਰ ਪੜ੍ਹੀ ਹੈ, ਵੈਸੇ ਮੈਨੂੰ ਹੱਥੋਂ ਚਲੋ ਤੁਸੀਂ ਮੇਰੀ ਜਾਣਕਾਰੀ 'ਚ ਵਾਧਾ ਕਰਤਾ ਵੀ ਉਹ ਸਤਾਜ ਪਿੰਡ ਵੀ ਚਲਾ ਗਿਆ। ਹਾਂ ਉੱਥੇ ਖੜਾ ਸੀਗਾ, ਮੈਨੂੰ ਲੱਗਿਆ ਵੀ ਉਹ ਖੇਤ ਜੇ 'ਚ ਅੱਗ ਲੱਗੇ ਵਾਲੇ 'ਚ ਖੜਾ ਸੀ, ਉੱਥੋਂ ਹੀ ਹੋਊ ਫਿਰ ਉਹ ਸ਼ਾਇਦ ਉੱਥੇ ਚਲਾ ਗਿਆ ਹੋਵੇ। ਹਾਂ ਔਰ ਵੇਖੋ ਇਸ ਵੇਲੇ ਪੰਜਾਬ ਦੀ ਆਪਣੀ ਰਾਜਨੀਤੀ ਦੇ ਵਿੱਚ ਦੋ ਬੰਦੇ ਹੈ ਜਿਹੜੇ ਬੰਦੇ ਖੜਕਾ ਦੜਕਾ ਪੈਦਾ ਕਰਦੇ, ਖਬਰ ਬਣਾਉਂਦੇ। ਅੱਛਾ, ਪੱਤਰਕਾਰਾਂ ਨੂੰ ਵੀ ਜਿਹੜੇ ਬਾਕੀ ਤਾਂ ਆਮ ਤੌਰ ਤੇ ਲੀਡਰ ਆਏ ਨੇ ਵਿੱਚ ਜੇ ਵੱਜਦੇ ਫਿਰਦੇ ਆ, ਉਹਨਾਂ ਦੀ ਗੱਲ ਨੂੰ ਕੋਈ ਬਹੁਤੀ ਖਬਰ ਨਹੀਂ ਬਣਦੀ। ਖਬਰ ਬਣਾਉਂਦੇ ਦੋ ਬੰਦੇ, ਜਾਂ ਤਾਂ ਸੁਖਪਾਲ ਸਿੰਘ ਖਹਿਰਾ ਬਣਾਉਂਦੇ ਜੀ ਤੇ ਦੂਜੇ ਨੰਬਰ ਦੇ ਉੱਤੇ ਬਣਾਉਂਦਾ ਬਿਕਰਮ ਸਿੰਘ ਮਜੀਠੀਆ। ਬਿਕਰਮ ਸਿੰਘ ਮਜੀਠੀਆ ਨੇ ਵੀ ਇਹਦੀ ਤੇ ਗੱਲ ਕੀਤੀ ਹੈ। ਅੱਛਾ ਜੀ। ਉਹਨੇ ਵੀ ਕਿਹਾ ਜੀ ਜਿਹੜੀਆਂ ਰੈੱਡ ਐਂਟਰੀਆਂ ਪਾ ਰਹੇ ਹੋ ਇਹ ਬੰਦ ਕਰੋ, ਵਾਪਸ ਲਓ। ਅੱਛਾ ਜੀ। ਸੁਖਪਾਲ ਸਿੰਘ ਖਹਿਰਾ ਨੇ ਵੀ ਇਹੀ ਗੱਲ ਕਹੀ ਹੈ ਵੀ ਭਗਵੰਤ ਸਿੰਘ ਗੱਲ ਇਹ ਹੈ ਵੀ ਲੋਕਾਂ ਦੇ ਤਾਂ ਰੈੱਡ ਐਂਟਰੀਆਂ ਹੋਈ ਜਾਂਦੀਆਂ ਤੇ ਆਪਦੇ ਖੇਤ ਬਾਰੇ ਕੀ ਕਰੋਗੇ, ਇਹਦੇ ਬਾਰੇ ਦੱਸਿਆ ਜਾਵੇ ਇਹ ਕਿਉਂ ਕਹਿਣਾ ਪਿਆ ਜੀ। ਤੁਹਾਡੇ ਯਾਦ ਹੋਣਾ ਹੈ ਕਿ ਪਰਾਲੀ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਸਰਗਰਮੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਜੀ। ਜਦੋਂ ਪਰਾਲੀ ਦਾ ਟਾਈਮ ਆਉਂਦਾ, ਆਹ ਦਿਨ ਆਉਂਦੇ, ਉਦੋਂ ਕਹਿੰਦੇ ਜੀ ਪਰਾਲੀ ਨੂੰ ਲੱਗਦੀ ਹੈ ਅੱਗ ਤੇ ਜਿਹੜਾ ਪ੍ਰਦੂਸ਼ਣ ਫੈਲਦਾ ਦਿੱਲੀ ਦੇ ਵਿੱਚ ਧੂਆਂ ਗਵਾਰ ਹੋ ਜਾਂਦਾ ਹੈ ਜੀ। ਉਹ ਸਾਰੀ ਦੀ ਸਾਰੀ ਪੰਜਾਬ ਜ਼ਿਆਦਾ ਪੰਜਾਬ ਦਾ ਹੀ ਕਹਿੰਦੇ ਆ, ਵਿੱਚ ਮਲਮੀ ਜੀ ਨਾ ਹਰਿਆਣਾ ਤੇ ਯੂਪੀ ਦਾ ਵੀ, ਪੱਛਮੀ ਉੱਤਰ ਪ੍ਰਦੇਸ਼ ਦਾ ਵੀ ਨਾਂ ਲੈ ਦਿੰਦੇ ਆ, ਪਰ ਜ਼ਿਆਦਾ ਪੰਜਾਬ ਨੂੰ ਕਹਿੰਦੇ ਆ ਜੀ। ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ਆਇਆ ਸੀ। ਸੁਪਰੀਮ ਕੋਰਟ ਨੇ ਜਦੋਂ ਸਾਰਾ ਰਿਕਾਰਡ ਕੱਢ ਕੇ ਦੇਖਿਆ, ਹਿਸਾਬ ਕਿਤਾਬ ਦੇਖਿਆ, ਉਹ ਕਹਿੰਦੇ ਭਲੇ ਮਾਨਸੋ ਜੀ ਇਹ ਜਿਹੜੀ ਆਪਣੀ ਪਰਾਲੀ ਦੇ ਨਾਲ ਪ੍ਰਦੂਸ਼ਣ ਕਿੰਨੇ ਕੁ % ਫੈਲਦਾ ਹੈ, ਉਹ ਤਾਂ ਕਹਿੰਦੇ 5-6% ਹੀ ਹੈ ਸਾਰਾ ਜੀ, ਤੇ ਬਾਕੀ ਤਾਂ ਤੁਹਾਡਾ ਆਪਦਾ ਹੀ ਹੈ 92-93%। ਇਹ ਇਕੱਲਾ ਤੁਸੀਂ ਜ਼ਿਮੀਂਦਾਰਾਂ ਨੂੰ ਕਿਉਂ ਕਹੀ? ਇਹਨਾਂ ਨੇ ਕਿਹਾ ਵੀ ਜ਼ਿਮੀਂਦਾਰ ਜਿਹੜੇ ਹੈਗੇ ਆ ਇਹ ਪਰਾਲੀ ਨੂੰ ਅੱਗ ਤਾਂ ਲਾਉਂਦੇ ਆ ਕਿਉਂਕਿ ਇਹਨਾਂ ਕੋਲੇ ਪਰਾਲੀ ਨੂੰ ਸੰਭਾਲਣ ਦਾ ਕੋਈ ਸਾਧਨ ਨਹੀਂ ਹੈ। ਇਹਨਾਂ ਦੇ ਕੋਲੇ ਪੈਸੇ ਨਹੀਂ ਹੈ, ਉਹਨੂੰ ਜਿਹੜਾ ਹੈਗਾ ਕਿਵੇਂ ਸੰਭਾਲਣ, ਤੁਸੀਂ ਇਹਨਾਂ ਦੀ ਮਦਦ ਕਰੋ, ਇਹਨਾਂ ਨੂੰ ਕੁਛ ਨਾ ਕੁਛ ਮੁਆਵਜ਼ਾ ਦਿਓ ਜੀ। ਮੁਆਵਜ਼ਾ ਸਰਕਾਰ ਨੇ ਦਿੱਤਾ ਨਹੀਂ, ਇੱਕ ਬਿਆਨ ਜ਼ਰੂਰ ਦਿੱਤਾ ਸੀ ਜੀ। ਭਗਵੰਤ ਸਿੰਘ ਮਾਨ ਨੇ ਕਹਿਤਾ ਸੀ ਜੀ 500 ਰੁਪਇਆ ਅਸੀਂ ਦੇਵਾਂਗੇ ਤੇ 500 ਦੇਣਗੇ ਦਿੱਲੀ ਵਾਲੇ, ਉਹ ਦੋਨੇ ਮੁੱਕਰ ਗਏ ਠੀਕ ਹੈ। ਤੇ 1500 ਰੁਪਇਆ ਕੇਂਦਰ ਸਰਕਾਰ ਦੇ ਵਿੱਚ, 2500 ਰੁਪਇਆ ਆਪਾਂ ਦੇ ਦਿਆਂਗੇ। ਕੇਂਦਰ ਸਰਕਾਰ ਨੇ ਦਿੱਤਾ ਨਹੀਂ। ਹੁਣ ਲੋਕ ਤਾਂ ਇਹ ਪੁੱਛਦੇ ਵੀ ਚਲੋ ਠੀਕ ਹੈ ਜੇ ਕੇਂਦਰ ਨੇ ਨਹੀਂ ਤਾਂ ਤੁਸੀਂ ਤਾਂ 500 ਦੇ ਦਿਓ, ਬਿਲਕੁਲ, ਤੇ ਦਿੱਤਾ ਇਹਨਾਂ ਨੇ ਵੀ ਨਹੀਂ। ਇਸੇ ਕਰਕੇ ਮੈਂ ਕਿਹਾ ਕਿ ਉਹ ਸਟੇਟਮੈਂਟ ਸੀ ਇੱਕ ਉਹ ਸਟੇਟਮੈਂਟ ਸੀ, ਸਟੇਟਮੈਂਟ ਦੇ ਕੇ ਸਾਰਤਾ ਗੱਲ ਉੱਥੇ ਦੀ ਸੀ ਜੀ। ਫਿਰ ਅਗਲੀ ਗੱਲ ਆ ਗਈ ਜੀ, ਕਹਿੰਦੇ ਉਹ ਜਿਹੜੀ ਪਹਿਲਾਂ ਵੀ ਚੱਲਦੀ ਹੈ ਕਿ ਜੀ ਜਿਹੜੇ ਬੰਦੇ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜੁਰਮਾਨਾ ਠੋਕਿਆ ਜਾਊਗਾ ਜੀ। ਤੇ ਜੁਰਮਾਨਾ ਕੋਈ ਭਰਦਾ ਨਹੀਂ ਹੈ ਜ਼ਿਮੀਂਦਾਰ, ਕਿਸਾਨ ਭਰਦੇ ਨਹੀਂ। ਜੇ ਜੁਰਮਾਨਾ ਜਿਹੜਾ ਬੰਦਾ ਨਾ ਭਰੂਗਾ ਉਹਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਕਰ ਦਿੱਤੀ ਜਾਊਗੀ, ਰੈਵਨਿਊ ਰਿਕਾਰਡ 'ਚ ਜੀ, ਜਮ੍ਹਾਂਬੰਦੀ ਦੇ ਵਿੱਚ ਲਿਖ ਦਿੱਤੀ ਜਾਊਗਾ ਕਿ ਜੀ ਇਹ ਬੰਦੇ ਨੇ ਇਹ ਇੰਨੇ ਦਾ ਬਾਕੀਦਾਰ ਆ ਤੇ ਇਹਦੀ ਜ਼ਮੀਨ ਜਾਇਦਾਦ ਜਿਹੜੀ ਹੈਗੀ ਹੈ ਅੱਗੇ ਕਿਸੇ ਕਿਸਮ ਦੀ ਉਹਦੀ ਤਬਦੀਲੀ ਨਾ ਹੋਵੇ। ਬੰਦੇ ਨੇ ਗਹਿਣੇ ਕਰਨੀ ਹੋਵੇ, ਬੈਗ ਕਰਨੀ ਹੋਵੇ, ਉਹ ਨਹੀਂ ਕਰ ਸਕਦਾ ਜੀ। ਬੱਚੇ ਬਾਹਰ ਭੇਜਣ ਵਾਸਤੇ ਤੁਸੀਂ ਕੋਈ ਲੋਨ ਵਗੈਰਾ ਲੈਣਾ, ਬੈਂਕ ਤੁਹਾਨੂੰ ਲੋਨ ਨਹੀਂ ਦੇਊਗੀ। ਇਹ ਸਾਰੀਆਂ ਚੀਜ਼ਾਂ ਉਹਦੇ 'ਚ ਆਉਂਦੀਆਂ ਜੀ। ਕਿਸਾਨ ਜਥੇਬੰਦੀਆਂ ਨੇ ਇਹਦੇ ਤੇ ਪ੍ਰੋਟੈਸਟ ਕੀਤਾ। ਸਾਡੇ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਆ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ, ਉਹਨਾਂ ਦਾ ਬਿਆਨ ਆ ਗਿਆ ਜੀ, ਕਹਿੰਦੇ ਬਿਲਕੁਲ ਰੈੱਡ ਐਂਟਰੀਆਂ ਨਹੀਂ ਹੋਣਗੀਆਂ। ਅੱਛਾ, ਨਹੀਂ ਹੋਣਗੀਆਂ। ਉੱਪਰੋਂ ਤਾਂ ਇਹ ਬਿਆਨ ਦਿੱਤਾ ਤੇ ਥੱਲੇ ਕਸਤੀ ਚੂੜੀ। ਅੱਛਾ ਜੀ। ਐਗਰੀਕਲਚਰ ਅਫਸਰਾਂ ਦੀ ਵੀ ਸਾਨੂੰ ਨਹੀਂ ਪਤਾ, ਇਹ ਦਵਾ ਰੈੱਡ ਐਂਟਰੀਆਂ ਕਰੋ ਜਿਹੜੇ ਬੰਦੇ ਪੈਸੇ ਨਹੀਂ ਦਿੰਦੇ। ਅੱਛਾ ਜੀ। ਤੇ ਉਹਨਾਂ ਨੇ ਜੀ ਰੈੱਡ ਐਂਟਰੀਆਂ ਕਰਾਉਣੀਆਂ ਸ਼ੁਰੂ ਕਰਤੀਆਂ। ਥੋੜਾ ਬਹੁਤਾ ਜਿੱਥੇ ਕਿਤੇ ਮਾੜੀ ਮੋਟੀ ਕਮੀ ਪੇਸ਼ੀ ਰਹਿ ਗਈ ਕਹਿੰਦੇ ਇਹਨੂੰ ਥੋੜਾ ਸਬਕ ਸਿਖਾਓ ਜੀ। ਜਿੱਥੇ ਜ਼ਿਆਦਾ ਕੋਈ ਅੱਗ ਲੱਗੀ ਸੀ ਉੱਥੇ ਕਹਿੰਦੇ ਇਹਨਾਂ ਨੂੰ ਸਸਪੈਂਡ ਕਰ ਦਿਓ। ਲਓ ਜੀ, ਸਭ ਤੋਂ ਪਹਿਲਾਂ ਸੰਗਰੂਰ ਦਾ ਚੀਫ ਐਗਰੀਕਲਚਰ ਅਫਸਰ ਸਸਪੈਂਡ ਕਰਤਾ। ਅੱਛਾ ਜੀ। ਕਹਿੰਦੇ ਸੰਗਰੂਰ ਜ਼ਿਲ੍ਹੇ 'ਚ ਤਾਂ ਸਭ ਤੋਂ ਵੱਧ ਅੱਗ ਲੱਗਦੀ ਹੈ, ਤੂੰ ਇੱਥੇ ਬੈਠਾ ਕੀ ਕਰਦਾ? 3 ਕੁ ਹੋਰ ਬੰਦੇ ਕਰਤੇ ਜੀ। ਐਗਰੀਕਲਚਰ ਅਫਸਰ ਨਹੀਂ, ਉਹ ਛੋਟੇ ਅਫਸਰ ਸੀ, ਚੀਫ ਨਹੀਂ ਸੀਗੇ ਵੈਸੇ, ਉਹਨਾਂ ਨੂੰ ਸਸਪੈਂਡ ਕਰਤਾ। ਸਸਪੈਂਡ ਕਰਨ ਤੋਂ ਬਾਅਦ ਅੱਗ ਲੱਗਣੀ ਫਿਰ ਨਹੀਂ ਘਟੀ। ਅੱਛਾ ਜੀ। ਉਹ ਦੱਬੀ ਹੋਵੇਗਾ, ਮੈਂ ਹੁਣ ਵੀ ਜਾ ਕੇ ਆਇਆ। ਨੰਬਰ 1 ਤਾਂ ਸੰਗਰੂਰ ਹੀ ਹੈ, ਆਪਦਾ ਇਲਾਕਾ।
ਹੁਣ ਮੈਨੂੰ ਨਹੀਂ ਪਤਾ, ਦਾਨੇ ਵਾਲੀਆਂ ਸਭ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿ ਸੱਚਮੁੱਚ ਹੀ ਜਿਹੜੀ ਉਹ ਅੱਗ ਲੱਗੀ ਹੈ ਉਹ ਲੱਗੀ ਹੈ ਕਿ ਉਹ ਕੋਈ ਖਬਰ ਬਣਾਈ ਹੈ, ਕਿਉਂਕਿ ਇਹਦੀ ਉਹ ਥੋੜੀ ਜਿਹੀ ਉਵੇਂ ਉਹ ਵਾਹਨ ਨੂੰ ਅੱਗ ਲੱਗੀ ਵਾਲੀ ਗੱਲ ਤਾਂ ਹੈ ਨਹੀਂਗੀ। ਆਪਣੇ ਅਖਬਾਰਾਂ ਵਾਲੇ ਬਣਾ ਲੈਂਦੇ ਹੁੰਦੇ ਨਾ ਵੀ ਆਪਾਂ ਖਬਰ ਬਣਾਉਣੀ ਹੈ ਵੀ ਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੈ, ਇਹਦੇ ਖੇਤ ਦੇ ਵਿੱਚ ਪਰਾਲੀ ਖੜੀ ਹੈ, ਮਾੜੀ ਜੀ ਯਾਰ ਲਾ ਕੇ ਆ ਕੇ ਖਬਰ ਬਣਾ ਲਓ, ਖਬਰ ਬਣਾਉਣ ਵਾਲੀ ਗੱਲ ਹੈ ਤੇ ਖਬਰ ਉਹ ਵਾਇਰਲ ਹੋ ਗਈ। ਲਓ ਜੀ, ਕਹਿੰਦੇ ਭਗਵੰਤ ਸਿੰਘ ਮਾਨ ਦੇ ਖੇਤ ਦੇ ਵਿੱਚ ਜਿਹੜੇ ਕੋਈ ਕਾਸ਼ਤ ਕਰਨ ਵਾਲੇ ਬੰਦੇ ਨੂੰ ਭਗਵੰਤ ਸਿੰਘ ਮਾਨ ਤਾਂ ਖੇਤੀ ਨਹੀਂ ਕਰਦਾ, ਠੇਕੇ ਤੇ ਦਿੱਤੀ ਉਹਦਾ ਠੇਕੇ ਤੇ ਦਿੱਤੀ ਵੀ ਕੋਈ ਉਹਨਾਂ ਨੇ ਜੀ ਆਹ ਦੇਖੋ ਉਹਨਾਂ ਨੇ ਅੱਗ ਲਾਤੀ ਤੇ ਮੇਰੇ ਖਿਆਲ ਉਸੇ ਅੱਗ ਨੂੰ ਬਹਾਨਾ ਬਣਾ ਲਿਆ ਫਿਰ ਖਹਿਰਾ ਸਾਹਿਬ ਨੇ। ਉਹ ਕਹਿੰਦੇ ਜੀ ਲੋਕਾਂ ਦੀਆਂ ਤਾਂ ਤੁਸੀਂ ਇੰਟਰਵਿਊ ਕਰੀ ਜਾਂਦੇ ਤੇ ਤੁਸੀਂ ਮਾਨ ਸਾਹਿਬ ਆਪ ਦੱਸੋ ਜੀ ਵੀ ਤੁਹਾਡੀ ਇੰਟਰੀ ਹੋਈ ਹੈ ਕਿ ਨਹੀਂ ਹੋਈ, ਕਰਵਾਓਗੇ ਕਿ ਨਹੀਂ ਕਰਵਾਓਗੇ। ਇਹਦਾ ਜਵਾਬ ਅਜੇ ਤੱਕ ਭਗਵੰਤ ਸਿੰਘ ਮਾਨ ਨੇ ਦਿੱਤਾ ਨਹੀਂ। ਉਹ ਉਧਰ ਬਿਜ਼ੀ ਹੈ ਨਾ, ਫਿਰ ਆਪਣੇ ਵਾਲੇ ਉੱਥੇ ਅੱਜ ਮੈਂ ਵੇਖੀ ਜਾਂਦਾ ਜਿੱਦਾਂ ਦੀ ਲੀਡਰ ਆਪਣੇ ਮੰਤਰੀ ਉਹ ਪਕੌੜੇ ਤਲੀ ਜਾਂਦੇ, ਕੜਾਈਆਂ 'ਚ ਬੜੇ ਫਿਰਦੇ ਆ ਬੇਲੀ ਗੁਜਰਾਤ 'ਚ। ਫਿਰ ਉਹ ਤੁਹਾਡੇ ਯਾਦ ਹੋਣਾ ਆਪਣੇ ਇੱਕ ਸਾਬਕਾ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਉਹਨੇ ਵੀ ਖੁਰਚਣਾ ਫੇਰਿਆ ਸੀ, ਉਹ ਖਿਡਾਰੀਆਂ ਨੂੰ ਖੋਣ ਵਾਸਤੇ ਸੀ, ਇਹ ਮੇਰੇ ਖਿਆਲ ਵੋਟਰਾਂ ਨੂੰ ਖੋਣ ਵਾਸਤੇ ਵੀ ਦੱਸਦੇ ਆ ਵੀ ਅਸੀਂ ਤੁਹਾਡਾ ਖੁਰਚਣਾ ਐ ਫੇਰਾਂਗੇ, ਪੰਜਾਬ 'ਚ ਤਾਂ ਫੇਰੀ ਜਾਂਦੇ, ਤੁਹਾਡਾ ਵੀ ਆਈ ਪਕੌੜੇ ਤਲਾਂਗੇ। ਜਿਹੜੇ ਪੰਜਾਬ ਵਾਲਿਆਂ ਨੂੰ ਖਵਾਏ ਆ ਵੀ ਖਾ ਲਓ ਹੁਣ ਤਾਂ ਖਾ ਲਓ, ਕਿ ਵੇਖਾਂਗੇ ਕੰਗੋ ਦੀ ਕਟੋਰੀ ਪੈ ਲੈਣ ਦਿਓ ਗੱਲ ਦੇ ਵਿੱਚ। ਠੀਕ ਹੈ ਨਾ, ਇਸ ਤਰ੍ਹਾਂ ਜੀ। ਸੋ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ, ਪਲੀਜ਼ ਇੱਕ ਸਾਨੂੰ ਕਮੈਂਟ ਜ਼ਰੂਰ ਕਰੋ।